ਆਪਾਂ ਰਵਾਇਤੀ ਰਸਮੋ ਰਿਵਾਜ ਰੱਖਦੇ ਆਂ ਪਾਸੇ ਤੇ ਸਿੱਧੇ ਆਉਂਦੇ ਆਂ ਮੁੱਦੇ ਤੇ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਔਰ ਭਾਸਕਰ ਸਾਹਿਬ, ਖਹਿਰਾ ਦਾ ਮੁੱਦਾ ਸਭ ਤੋਂ ਅਹਿਮ ਆ। ਕੱਲ ਵੀ ਸਾਰਾ ਦਿਨ ਇੱਥੇ ਪੋਲਿਟਿਕਸ ਹੁੰਦੀ ਰਹੀ। ਏਜੰਸੀਆਂ ਸੁਰੱਖਿਆ ਨਾਲ ਜੁੜੀਆਂ SIT ਤੋਂ ਲੈ ਕੇ ਪੰਜਾਬ ਪੁਲਿਸ ਇਸ ਗੱਲ ਦੇ ਵਿੱਚ ਲੱਗੀ ਰਹੀ ਕਿ ਖਹਿਰੇ ਨੂੰ ਫੜਨ ਵਾਲਾ ਮਾਮਲਾ ਇੱਕਦਮ ਕਾਨੂੰਨ ਅਨੁਸਾਰ ਸੀਗਾ ਔਰ ਖਹਿਰਾ ਕੋਈ ਦੋ ਧੋਤਾ ਨਹੀਂ ਹੈ। ਇਹਦੇ ਉੱਤੇ ਸੁਨੀਲ ਜਾਖੜ ਨੇ ਕਾਂਗਰਸੀਆਂ ਨੂੰ ਹੀ ਘੇਰੇ 'ਚ ਲਿਆ ਕਿ ਇਹ ਗੇਮ ਰਲ ਕੇ ਖੇਡ ਰਹੇ ਆ, ਇਹਨਾਂ ਤਾਂ ਜਸ਼ਨ ਮਨਾਇਆ। ਸੋ ਸਭ ਤੋਂ ਪਹਿਲਾਂ ਆਪਾਂ ਖਹਿਰੇ ਵਾਲੀ ਖਬਰ ਲੈਨੇ ਆ। ਵੈਸੇ ਉਹ ਦੂਜੇ ਐਂਗਲ ਤੋਂ ਕੱਲ ਇਹਨਾਂ ਨੇ ਮਨਪ੍ਰੀਤ ਬਾਦਲ ਆਪਣੇ ਹਿਸਾਬ ਨਾਲ ਤੇ ਫੜ ਹੀ ਲਿਆ ਸੀ, ਵੱਖਰੀ ਗੱਲ ਆ ਉਹ ਬੰਦਾ ਕੋਈ ਹੋਰ ਨਿਕਲ ਆਇਆ। ਪਰ ਇੰਦਰਪ੍ਰੀਤ ਜੀ, ਤਰਨਤਾਰਨ ਦੇ SSP ਵਾਲੀ ਖਬਰ ਬੜੀ ਅਹਿਮ ਆ। ਵਿਭਾਗੀ ਇਨਕੁਆਇਰੀ ਦੀ ਗੱਲ ਹੋ ਰਹੀ ਆ। ਉੱਥੇ ਜਿੰਨਾ ਮੈਸੇਜ ਕਨਵੇ ਕਰ ਦਿੱਤਾ ਪੁਲਿਸ ਤਰਨਤਾਰਨ ਦੀ ਨੇ, ਮੈਨੂੰ ਲੱਗਦਾ ਕਿ ਇੰਨਾ ਵੱਡਾ ਮੈਸੇਜ ਕੋਈ ਹੋਰ ਵਰਗ ਨਹੀਂ ਦੇ ਸਕਿਆ। ਤੇ ਸਵਾਲ ਇਸ ਗੱਲ ਨਾਲ ਵੀ ਜੁੜਿਆ ਕਿ ਟਰੂਡੋ ਹੁਣ ਬਦਲ ਕਿਉਂ ਰਹੇ ਆ, ਔਰ ਜੈ ਸ਼ੰਕਰ ਨੇ ਕਾਫੀ ਜ਼ਬਰਦਸਤ ਨੌਕ ਵੀ ਕੀਤਾ ਉੱਥੇ US ਦੇ ਵਿੱਚ। ਹੋਰ ਵੀ ਕਾਫੀ, ਮਾਨਿਕ ਗੋਇਲ ਦਾ ਸਵਾਲ ਵੀ ਤੁਰਿਆ ਫਿਰਦਾ ਕਿ ਕੱਲ ਉਹਦਾ ਟਵਿੱਟਰ ਥੋੜੀ ਦੇਰ ਲਈ ਕਦੇ ਬੰਦ ਹੋ ਗਿਆ, ਕਦੇ ਚੱਲ ਪਿਆ। ਹਾਲਾਂਕਿ ਇਹਦੀ ਅਸੀਂ ਪੁਸ਼ਟੀ ਨਹੀਂ ਕਰਦੇ, ਹੁਣ ਇਹ ਚੱਲ ਹੀ ਰਿਹਾ ਸੀਗਾ, ਅਸੀਂ ਦੇਖਿਆ। ਤੇ ਸਰਕਾਰ ਕਾਫੀ ਔਖੀ ਖਿਜੀ ਭਾਰੀ ਹੋਈ ਰਹਿੰਦੀ ਹੈ। ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਦੇ ਸੰਬੰਧ ਚ ਦਿਓ ਦੇਰ ਰਾਤ ਤੱਕ ਦੀਆਂ ਅਪਡੇਟਸ। ਇੱਕ ਤਾਂ ਗਵਰਨਮੈਂਟ ਵੱਲੋਂ ਹੀ ਇਨਫੋਰਮੇਸ਼ਨ ਆ ਰਹੀ, ਜਿਹੜੀ ਸ਼ਾਇਦ SIT ਜਾਂ ਪੰਜਾਬ ਪੁਲਿਸ ਦੇ ਰਹੀ ਹੈ, ਕਿ ਖਹਿਰਾ ਜੋ ਨਜ਼ਰ ਆ ਰਿਹਾ ਜਿਸ ਤਰ੍ਹਾਂ ਹੀਰੋਗਿਰੀ ਵਜੋਂ ਉਹਨੂੰ ਪੇਸ਼ ਕੀਤਾ ਜਾ ਰਿਹਾ, ਇਹ ਸੱਚ ਨਹੀਂ ਹੈ। ਸਰਕਾਰਾਂ ਨੂੰ ਵੀ ਇਹ ਤਰੱਦਦ ਕਰਨੇ ਪੈਂਦੇ ਆ। ਪਬਲਿਕ ਪਰਸੈਪਸ਼ਨ ਦੇ ਵਿੱਚ ਖਹਿਰੇ ਨੂੰ ਸਮਗਲਰ ਨਹੀਂ ਲੋਕ ਮੰਨ ਰਹੇ, ਜਾਂ ਉਹ ਸਮਗਲਰਾਂ ਤੋਂ ਪੈਸੇ ਲੈਂਦਾ ਹੋਵੇ, ਇਹ ਮੰਨਿਆ ਨਹੀਂ ਜਾ ਰਿਹਾ। ਪਰ ਇਹ ਵੀ ਮੰਨਿਆ ਜਾ ਰਿਹਾ ਕਿ ਉਹਦੇ ਖਾਤਿਆਂ ਖੋਤਿਆਂ ਦੇ ਵਿੱਚ ਕੁਝ ਸਾਬਤ ਵੀ ਕਰਨਾ ਹੈ, ਚਾਹੇ ਹੋ ਜਾਊਗਾ ਕਿ ਪੈਸੇ ਆਏ ਹੋਏ ਨੇ, ਕਿੱਥੋਂ ਆਏ। ਸੋ ਗੱਲ ਤੋਰਿਓ ਜਰਾ, ਖਹਿਰੇ ਦੇ ਮਾਮਲੇ 'ਚ ਨਵੀਆਂ ਇਨਪੁਟਸ ਕੀ ਨੇ? ਰੰਧਾਵਾ ਸਾਹਿਬ, ਜਿਸ ਤਰ੍ਹਾਂ ਸੁਖਪਾਲ ਖਹਿਰਾ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਆਪਾਂ 2 ਦਿਨ ਤੋਂ ਲਗਾਤਾਰ ਉਹਦੇ ਉੱਤੇ ਗੱਲ ਕਰ ਹੀ ਰਹੇ ਹਾਂ ਕਿ ਉਹ ਸਾਰੀ ਚੀਜ਼ ਨੇ ਸਰਕਾਰ ਨੂੰ ਇੱਕ ਕਟਘਰੇ 'ਚ ਖੜਾ ਕਰਦਾ। ਹਾਲਾਂਕਿ ਕਟਘਰੇ 'ਚ ਤਾਂ ਉਹ ਸੁਖਪਾਲ ਖਹਿਰਾ ਨੂੰ ਲੈ ਕੇ ਗਏ ਸੀ, ਪਰ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ, ਜਿਸ ਤਰ੍ਹਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਸਾਰੀ ਕਾਰਵਾਈ ਨੇ ਇੱਕ ਤਰ੍ਹਾਂ ਦਾ ਸਰਕਾਰ ਨੂੰ ਹੀ ਕਟਘਰੇ 'ਚ ਖੜਾ ਕਰਤਾ ਕਿ ਯਾਰ ਇਹ ਕਾਰਵਾਈ ਇਸ ਤਰ੍ਹਾਂ ਨਹੀਂ ਕਰਨੀ ਬਣਦੀ ਹੈ। ਕਿ ਜਦੋਂ ਮਾਮਲਾ ਕਾਨੂੰਨੀ ਹੈ, ਸਾਰੀਆਂ ਚੀਜ਼ਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੋ ਰਹੀਆਂ ਨੇ। ਅੱਜ ਇੱਕ ਖਬਰਾਂ ਛਪੀਆਂ ਨੇ, ਕੱਲ ਵੀ ਇਹ ਚੱਲ ਰਹੀਆਂ ਸੀ ਖਬਰਾਂ, ਮੈਂ ਵੀ ਦੇਖਿਆ ਸੀ ਕਿ ਉਹਨਾਂ ਨੇ ਕਿਹਾ ਕਿ ਜੀ ਖਹਿਰਾ ਸਾਹਿਬ ਬਾਹਰ ਜਾਣਾ ਚਾਹੁੰਦੇ ਸੀ, ਅਬਰੋਡ ਜਾਣਾ ਚਾਹੁੰਦੇ ਸੀਗੇ, ਇਸ ਕਰਕੇ SIT ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਉਹਨੂੰ ਅਰੈਸਟ ਕਰ ਲਿਆ। ਸੋ ਦੇਖੋ, ਉਹ ਜਿਹੜਾ ਬਾਹਰ ਜਾਣਾ ਚਾਹੁੰਦੇ ਸੀ, ਉਹ ਤਾਂ ਉਹਨਾਂ ਨੇ ਐਡੀਸ਼ਨਲ ਸੈਸ਼ਨ ਜੱਜ ਤੋਂ ਜਿਹੜੀ ਆਪਣੀ ਯਾਚਿਕਾ ਪਾ ਕੇ ਪਰਮਿਸ਼ਨ ਲਿੱਤੀ ਹੈ। ਹਾਲਾਂਕਿ ਉਹ 3 ਮਹੀਨੇ ਦੀ ਮੰਗ ਰਹੇ ਸੀਗੇ, ਲੇਕਿਨ ਉਹਨਾਂ ਨੂੰ 12 ਦਿਨ ਦੀ ਮਿਲੀ ਸੀ, 18 ਅਕਤੂਬਰ ਤੋਂ। ਤੋਂ ਇਹ 18 ਤੋਂ 30 ਤੋਂ ਮੈਂ ਇਹ ਜਾਣਨਾ ਚਾਹੁੰਦਾ ਵੀ ਉਹ ਤਾਂ ਪੂਰਾ ਜਿਹੜੀ ਇੱਕ ਕਾਨੂੰਨੀ ਪ੍ਰਕਿਰਿਆ 'ਚ ਹੈਗਾ, ਤੇ ਇਹਦੇ ਵਿੱਚ ਇਹ ਗੱਲ ਕਰਨਾ ਕਿ ਉਹ ਬਾਹਰ ਭੱਜਣਾ ਚਾਹੁੰਦੇ ਸੀ, ਭੱਜਣ ਦਾ ਤਾਂ ਸਵਾਲ ਹੀ ਨਹੀਂ। ਇਹ ਤਾਂ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਕਿ ਕਾਨੂੰਨੀ ਜਿਹਨੂੰ ਯਾਚਿਕਾ ਦਾਇਰ ਕਰਕੇ ਲਿੱਤੀ ਹੈ, ਬਕਾਇਦਾ ਕੋਰਟ ਨੇ ਪਰਮਿਸ਼ਨ ਦਿੱਤੀ ਹੈ, ਤੇ ਉਹਨਾਂ ਨੇ ਕਿਹਾ ਵੀ ਹੈ ਕਿ ਉਹਨਾਂ ਦੇ ਸ਼ਾਇਦ ਫਸਟ ਸਟੇਜ ਦਾ ਕੈਂਸਰ ਡਿਟੈਕਟ ਹੋ ਰਿਹਾ, ਜਿਹਦੇ ਕਰਕੇ ਉਹਨਾਂ ਨੇ ਅਪਾਇੰਟਮੈਂਟ ਪਹਿਲਾਂ ਅਗਸਤ ਮਹੀਨੇ 'ਚ ਲਿੱਤੀ ਸੀ, ਲੇਕਿਨ ਉਹਨਾਂ ਨੂੰ ਉਦੋਂ ਤੱਕ ਬਾਹਰ ਜਾਣ ਦੀ ਇਜਾਜ਼ਤ ਮਿਲੀ ਨਹੀਂ ਸੀ। ਇਸ ਕਰਕੇ ਉਹ ਜਿਹੜੀ ਅਪਾਇੰਟਮੈਂਟ ਹੈ ਉਹ ਕੈਂਸਲ ਹੋ ਗਈ। ਉਸ ਤੋਂ ਬਾਅਦ ਹੁਣ ਨਵੇਂ ਸਿਰੇ ਤੋਂ ਮਿਲ ਰਹੀ ਹੈ। ਸੋ ਦੇਖੋ, ਇਹਦੇ ਵਿੱਚ ਜਿਹੜੀ ਮਤਲਬ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਸੀ, ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਡੈਮੇਜ ਕੰਟਰੋਲ ਵਜੋਂ ਹੀ ਲਿੱਤਾ ਜਾਣਾ ਚਾਹੀਦਾ। ਵੀ ਜਿਹੜੀ ਪੁਲਿਸ SIT ਹੈਗੀ ਹੈ, ਉਹ ਜਿਸ ਤਰ੍ਹਾਂ ਦੀ ਚੀਜ਼ਾਂ ਕੱਢ ਰਹੀ ਹੈ, ਉਹ ਮੈਨੂੰ ਲੱਗਦਾ ਕਿ ਇਹ ਡੈਮੇਜ ਕੰਟਰੋਲ ਵਜੋਂ ਲਿੱਤੀਆਂ ਜਾ ਰਹੀਆਂ ਨੇ। ਪਰ ਇੱਕ ਚੀਜ਼ ਹੋਰ ਬੜੇ ਇੰਟਰਸਟਿੰਗ, ਤੁਸੀਂ ਖੁਦ ਹੀ ਕਿਹਾ, ਸੁਨੀਲ ਜਾਖੜ ਹੋਰਾਂ ਨੇ ਵੀ ਕਿਹਾ ਹੈ, ਉਹ ਕਿ ਇਹ ਤਾਂ ਜਿਹੜੇ ਕਾਂਗਰਸੀ ਬਾਹਰ ਰਾਜਪਾਲ ਦੇ ਘਰ ਦੇ ਬਾਹਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ, ਅਸਲੀ ਤਾਂ ਫਸਾਇਆ ਇਹਨਾਂ ਨਹੀਂ ਹੈ। ਚਲੋ, ਇਹ ਮੈਂ ਆਰੋਪ ਪ੍ਰਤਿਆਰੋਪਾਂ 'ਚ ਨਹੀਂ ਜਾਂਦਾ ਕਿ ਕਿਹਨੇ ਕੀ ਲਗਾਇਆ, ਇਹ ਸਾਰੇ ਪੋਲੀਟੀਕਲ ਹੁੰਦੇ ਆ। ਤੇ ਪਰ ਇਹਦੇ 'ਚ ਇੱਕ ਗੱਲ ਹੈ ਜਿਹੜੀ ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਨਾ, ਪਰਸੋਂ ਸੌਰੀ ਇਸ ਪ੍ਰੋਗਰਾਮ 'ਚ ਇਹ ਗੱਲ ਕੀਤੀ ਸੀ ਕਿ ਕਾਂਗਰਸ ਕੋਲੇ ਇੱਕ ਬਹੁਤ ਬੜਾ ਮੌਕਾ ਸੀ ਜਿਹੜਾ ਉਹਨਾਂ ਨੇ ਗਵਾਤਾ। ਜਿਸ ਹਿਸਾਬ ਨਾਲ ਇਹ ਜਦੋਂ ਉਹਨਾਂ ਨੂੰ ਲੈ ਕੇ ਜਾ ਰਹੇ ਸੀ, ਅਗਰ ਸਾਰੇ ਕਾਂਗਰਸੀ ਮਿਲ ਕੇ ਉਸੇ ਟਾਈਮ ਹੱਲਾ ਬੋਲਦੇ ਤਾਂ ਮੈਨੂੰ ਲੱਗਦਾ ਕਿ ਸਥਿਤੀ ਕੁਝ ਹੋਰ ਹੋਣੀ ਸੀ। ਪਰ ਉਹ ਜਿਵੇਂ ਹੁੰਦਾ ਨਾ ਕਿ ਵੀ ਹੁਣ ਸੱਪ ਤਾਂ ਨਿਕਲ ਗਿਆ, ਹੁਣ ਲਕੀਰ ਨੂੰ ਪਿੱਟਣ ਦਾ ਟਾਈਮ ਹੈ, ਤੇ ਲਕੀਰ ਪਿੱਟਿਆ ਕੁਝ ਬਣਦਾ ਨਹੀਂ ਹੈ, ਉਸ ਤਰ੍ਹਾਂ ਦੀ ਸਥਿਤੀ ਹੈ। ਉਹ ਕੱਲ ਜਲਾਲਾਬਾਦ ਗਏ, ਪਹਿਲਾਂ ਜਲਾਲਾਬਾਦ ਉਹਨਾਂ ਨੂੰ ਮਿਲਣ ਹੀ ਨਹੀਂ, ਮਤਲਬ ਹੈ ਹੀ ਨਹੀਂ ਸੀ, ਉਹ
ਉਹਨਾਂ ਨੇ ਦੱਸਿਆ ਕਿ ਉਹਦਾ ਫਾਜ਼ਿਲਕਾ ਜਿਹੜੀ ਥਾਣੇ ਦੇ ਵਿੱਚ ਹੈ, ਤੇ ਫਿਰ ਉਹ ਫਾਜ਼ਿਲਕਾ ਸਾਰੇ ਗਏ ਤੇ ਉੱਥੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ। ਤੇ ਉਹ 'ਚ ਸਾਰੇ ਸੁੱਖੀ ਰੰਧਾਵਾ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸਾਰੇ ਵੱਡੇ ਵੱਡੇ ਜਿਹੜੇ ਲੀਡਰ ਹੈਗੇ ਆ ਉਹ ਗਏ ਸੀਗੇ ਉੱਥੇ। ਠੀਕ ਹੈ, ਉਹ ਜਿਹੜੀ ਇੱਕ ਮੈਂ ਆਪਾਂ ਗੱਲ ਕਰ ਰਹੇ ਵੀ ਮੌਕਾ ਜਿਹੜਾ ਗਵਾਤਾ ਉਹਨੂੰ ਕਿਵੇਂ ਦੁਬਾਰਾ ਆਰੋਪਿਤ ਕੀਤਾ ਜਾਏ, ਉਸ ਦੇ ਉੱਤੇ ਲੱਗੇ ਹੋਏ ਆ। ਤੇ ਪਰ ਉਹ ਮੈਨੂੰ ਲੱਗਦਾ ਹੁਣ ਉਹ ਗੱਲ ਨਹੀਂ ਬਣ ਰਹੀ ਜਿਹੜੀ ਪਹਿਲੇ ਦਿਨ ਬਣ ਜਾਣੀ ਚਾਹੀਦੀ ਸੀ। ਦੇਖੋ CIA ਸਟਾਫ ਦੇ ਵਿੱਚ ਗਏ ਤੇ ਜ਼ਰੂਰ, ਪਰ ਉੱਥੇ ਐਵੇਂ ਬਸ ਇੱਕ ਰਸਮ ਕਰਕੇ ਆ ਗਏ। ਤੁਹਾਡੀ ਗੱਲ ਠੀਕ ਹੈ। ਵੈਸੇ ਤਾਂ ਜਦੋਂ ਜਾਖੜ ਸਾਹਿਬ ਕਹਿੰਦੇ ਨੇ ਕਿ ਇਹ ਜਸ਼ਨ ਕਰਦੇ ਸੀ ਰਾਤੀ ਦੋਵੇਂ ਲੀਡਰ, ਜਿਹੜਾ ਜਾਖੜ ਸਾਹਿਬ ਦਾ ਨਾ ਉਹ ਪੁਰਾਣਾ ਹਿਸਾਬ ਅਜੇ ਬਾਜਵਾ ਨਾਲ ਰਹਿੰਦਾ, ਪ੍ਰਤਾਪ ਸਿੰਘ ਬਾਜਵਾ ਨਾਲ ਪੁਰਾਣਾ ਹਿਸਾਬ ਅਜੇ ਮੁੱਕਿਆ ਨਹੀਂ। ਸੋ ਜਾਖੜ ਸਾਹਿਬ ਨੂੰ ਇਹ ਤਕਲੀਫ ਹੈ, ਉਹ ਤਕਲੀਫ ਤਾਂ ਰਹਿਣੀ, ਉਹਨੂੰ ਤਾਂ ਤੁਸੀਂ ਮੰਨ ਲਓ ਪੂਰੀ ਤਰ੍ਹਾਂ ਪੋਲੀਟੀਕਲ। ਪਰ ਜਦੋਂ ਘੰਟਾ ਭਰ ਉਸ ਦਿਨ ਸਵੇਰੇ ਖਹਿਰੇ ਦੇ ਘਰ ਦੇ ਵਿੱਚੋਂ ਪੁਲਿਸ ਲੈ ਕੇ ਜਾਣ ਮੌਕੇ ਡਰਾਮਾ ਚੱਲਦਾ ਰਿਹਾ, ਕੀ ਉਦੋਂ ਬਾਜਵਾ ਲੰਮੀਆਂ ਤਾਣ ਕੇ ਸੁੱਤੇ ਹੋਏ ਸੀ, ਜਾਂ ਬਾਜਵਾ ਸਵਾਦ ਲੈਂਦੇ ਰਹੇ ਆਮ ਬੰਦੇ ਵਾਂਗ ਵੀ ਵੇਖੋ ਕੀ ਹੋ ਰਿਹਾ, ਜਾ ਅਜੇ ਬੜਾ ਸਾਡੇ ਤੋਂ ਉੱਤੋਂ ਦੀ ਸੁਰਖੀ ਬਣਾ ਲੈਂਦਾ ਹੈ ਰੋਜ਼। ਉਹ ਜਦੋਂ ਇਸ ਜਮਾ ਘਟਾਓ ਚ ਪਏ ਹੋਣਗੇ ਉਦੋਂ ਇਹ ਭੁੱਲ ਗਏ ਕਿ ਸੁਖਪਾਲ ਸਿੰਘ ਖਹਿਰਾ ਨਾਲੋਂ ਵੱਡੇ ਹੋਣ ਲਈ ਉਹਦੇ ਲਈ ਲੜਨਾ ਜ਼ਿਆਦਾ ਅਹਿਮ ਆ। ਸੁਖਪਾਲ ਸਿੰਘ ਖਹਿਰਾ ਨੂੰ ਇਹਨਾਂ ਰਲ ਕੇ ਵੱਡਾ ਕੀਤਾ। ਅੱਜ ਜੋ ਮਰਜ਼ੀ ਮੁੱਖ ਮੰਤਰੀ ਕਹੀ ਜਾਣ, ਅਸੀਂ ਇਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ, ਮੁੱਖ ਮੰਤਰੀ ਨੂੰ ਵੀ ਪਤਾ ਹੈ ਕਿ ਹਰ ਗੱਲ ਪੁਲਿਸ ਰਾਹੀਂ ਹੋਣੀ ਨਹੀਂ। ਉਹ ਜਿਹੜੇ ਪੁਰਾਣੇ ਲੰਘ ਗਏ ਨਾ ਪਾਣੀ, ਉਹ ਵੀ ਬੜੇ ਬੰਦੇ ਮਾਰਨ ਨੂੰ ਫਿਰਦੇ ਸੀ ਵੀ ਪੁਲਿਸ ਨੂੰ ਕਹੋ ਜਾ ਫੜ ਲਓ ਇਹਨੂੰ ਹੁੰਦਾ ਕੱਖ ਨਹੀਂ। ਇਹ ਸਵਾਲ ਬਹੁਤ ਅਹਿਮ ਆ। ਸਾਲ 2 ਸਾਲ 3 ਸਾਲ 4 ਸਾਲ ਲੰਘ ਜਾਂਦੇ, ਜਿਨ੍ਹਾਂ ਨੇ ਲੋਕਾਂ ਦੇ ਇੱਥੇ ਦਿਲ ਤੇ ਛਾਪ ਛੱਡੀ ਹੁੰਦੀ ਹੈ ਨਾ, ਉਹ ਲੋਕ ਦਲੇਰ ਮੰਨੇ ਜਾਂਦੇ ਆ। ਵਿਪਰੀਤ ਪਰਿਸਥਿਤੀਆਂ 'ਚ ਖਲੋਤੇ ਬੰਦੇ ਦਲੇਰ ਮੰਨੇ ਜਾਂਦੇ ਆ। ਉਹ ਵਿਰੋਧੀ ਨੂੰ ਫੇਸ ਕਰਨਾ ਜਾਣਦੇ ਆ, ਫਸਾਉਣਾ ਨਹੀਂ ਜਾਣਦੇ। ਉਹ ਵਿਰੋਧੀ ਨਾਲੋਂ ਆਪਣੀ ਲੀਕ ਲੰਬੀ ਖਿੱਚਦੇ ਆ, ਪੋਲੀਟੀਕਲੀ ਵੱਡੇ ਹੁੰਦੇ ਆ। ਸੋ ਮੈਨੂੰ ਲੱਗਦਾ ਕਿ ਸਰਕਾਰ ਦਾ ਕੋਈ ਵੀ ਅੰਗ ਇਹ ਕੰਮ ਕਰ ਰਿਹਾ, ਭਾਵੇਂ ਉਹ ਤਰਨਤਾਰਨ ਵਾਲਾ ਮਾਮਲਾ ਹੈ, ਭਾਵੇਂ ਉਹ ਕਿਸੇ ਹੋਰ ਮਾਮਲੇ ਦੇ ਵਿੱਚ ਲਾ ਲਓ, ਜੋ ਜ਼ਿੰਮੇਵਾਰੀ ਫਿਕਸ ਹੁੰਦੀ ਆ ਮੁੱਖ ਮੰਤਰੀ ਦੀ ਹੁੰਦੀ ਆ। ਕੌਣ ਕਰ ਰਿਹਾ, ਕੌਣ ਪੋਲੀਟੀਕਲ ਸੀਨ ਇਹੋ ਜਿਹੇ ਕ੍ਰੀਏਟ ਕਰ ਰਿਹਾ, ਕਿਸੇ ਨੇ ਨਹੀਂ ਪੁੱਛਣਾ ਕਿ ਉਹ ਦਿੱਲੀੋਂ ਹੋ ਰਿਹਾ, ਇਧਰੋਂ ਹੋ ਰਿਹਾ, ਉਧਰੋਂ ਹੋ ਰਿਹਾ, ਕੌਣ ਕਰੇ। ਸਾਰੀ ਜ਼ਿੰਮੇਵਾਰੀ ਭਗਵੰਤ ਮਾਨ ਤੇ ਫਿਕਸ ਹੋ ਰਹੀ ਹੈ। ਭਾਸਕਰ ਸਾਹਿਬ, ਇੱਕ ਛੋਟੀ ਜਿਹੀ ਟਿੱਪਣੀ ਮਨਪ੍ਰੀਤ ਬਾਦਲ ਤੇ ਆਪਾਂ ਚੱਲਣਾ। ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਅਰੈਸਟ ਔਰ ਅਰੈਸਟ ਤੋਂ ਬਾਅਦ ਜਿਸ ਤਰੀਕੇ ਨਾਲ ਰਾਜਨੀਤੀ ਕੇਂਦਰ ਲੈਵਲ ਤੇ ਵੀ ਔਰ ਪੰਜਾਬ ਦੇ ਲੈਵਲ ਦੇ ਵਿੱਚ ਗਰਮਾਈ ਹੈ, ਉਹਦੇ ਤੋਂ ਬਹੁਤ ਸਾਰੀ ਗੱਲਾਂ ਨਿਕਲ ਕੇ ਆਉਂਦੀ ਹੈ। ਖੜਗੇ ਸਾਹਿਬ ਨੇ ਕਿਹਾ ਜੀ ਨਹੀਂ ਅਸੀਂ ਟੋਲਰੇਟ ਨਹੀਂ ਕਰਾਂਗੇ। ਉਸ ਤੋਂ ਬਾਅਦ ਲੱਗਿਆ ਕਿ ਇੰਡੀਆ ਅਲਾਈਅੰਸ ਦੇ ਉੱਤੇ ਕੋਈ ਜਿਹੜਾ ਇੱਕ ਤਰੀਕੇ ਨਾਲ ਛੇਤੀ ਕਿਤੇ ਡਿਸੀਜਨ ਨਾ ਹੋਏ। ਫਿਰ ਦੂਜੇ ਪਾਸੇ ਤੁਹਾਨੂੰ ਯਾਦ ਹੋਵੇਗਾ ਕੇਜਰੀਵਾਲ ਸਾਹਿਬ ਨੇ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ ਕਿ ਵੀ ਇਹਦਾ ਕੋਈ ਵੀ ਅਸਰ ਗਠਬੰਧਨ ਤੇ ਨਹੀਂ ਪਏਗਾ ਔਰ ਇੰਡੀਵਿਜੂਅਲ ਦੀ ਅਰੈਸਟ ਦੇ ਉੱਤੇ ਮੈਂ ਕੋਈ ਨਹੀਂ ਕੁਝ ਕਹਿਣਾ ਚਾਹੁੰਦਾ, ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਐਕਸ਼ਨ ਹੋਣਗੇ। ਹੁਣ ਇਹ ਇੱਕ ਨੈਰੇਟਿਵ ਸੈੱਟ ਹੋਇਆ ਕਿ ਖਹਿਰੇ ਨੂੰ ਜਿਸ ਤਰੀਕੇ ਨਾਲ ਅਰੈਸਟ ਕੀਤਾ ਗਿਆ ਉਹ ਗਲਤ ਸੀਗਾ ਤਰੀਕਾ। ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ ਖਹਿਰਾ ਦੋਸ਼ੀ ਹੈ ਨਹੀਂ ਹੈ ਉਹ ਸਾਨੂੰ ਨਹੀਂ ਪਤਾ, ਲੇਕਿਨ ਜਿਸ ਤਰੀਕੇ ਨਾਲ ਖਹਿਰੇ ਨੂੰ ਅਰੈਸਟ ਕੀਤਾ ਗਿਆ ਉਹ ਤਰੀਕਾ ਗਲਤ ਸੀਗਾ ਔਰ ਉਸ ਤਰੀਕੇ ਦੇ ਉੱਤੇ ਕਾਂਗਰਸ ਨੂੰ ਇਕੱਠਾ ਹੋਣਾ ਚਾਹੀਦਾ ਸੀ, ਜੋ ਕਿ ਉਸ ਵਕਤ ਨਹੀਂ ਹੋਏ। ਭਾਵੇਂ ਬਾਅਦ ਚੋਂ ਥਾਣੇ ਦੇ ਦਰਵਾਜ਼ੇ ਬੰਦ ਦਰਵਾਜ਼ੇ ਤੋਂ ਵਾਪਸ ਲੌਟ ਕੇ ਆ ਕੇ ਉਹਨਾਂ ਨੇ ਕੋਈ ਗੱਲਾਂ ਜ਼ਰੂਰ ਕੀਤੀਆਂ ਹੋਣੀਆਂ, ਪਰ ਹੁਣ ਖਹਿਰੇ ਦੇ ਬਾਰੇ 'ਚ ਬਹੁਤ ਸਾਰੀ ਗੱਲਾਂ ਗੈਰ ਰਸਮੀ ਤੌਰ ਤੇ ਚੱਲ ਰਹੀ ਹੈ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ SIT ਦੇ ਹੱਥ ਏਦਾਂ ਦੇ ਸਬੂਤ ਲੱਗੇ ਨੇ ਜਿਹਦੇ ਸਬੂਤਾਂ ਨੂੰ ਸਾਹਮਣੇ ਰੱਖਣ ਤੋਂ ਬਾਅਦ ਸ਼ਾਇਦ ਖਹਿਰਾ ਉਹਨਾਂ ਨੂੰ ਵੀ ਕੁਝ ਕਹਿਣ ਵਾਸਤੇ ਕੁਝ ਬਚੇ ਨਾ। ਹੁਣ ਏਦਾਂ ਦੇ ਕਿਹੜੇ ਸਬੂਤ ਨੇ? ਕੁਝ ਟ੍ਰਾਂਜੈਕਸ਼ਨ ਦੀ ਵੀ ਗੱਲ ਹੁੰਦੀ ਹੈ ਕਿ ਵੀ ਕੁਝ ਪੈਸੇ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ ਤੇ ਗਏ, ਉਹਦਾ ਕੀ ਜਵਾਬ ਦਿੱਤਾ ਜਾਏਗਾ? ਇਹ ਸਾਰੀ ਗੱਲਾਂ ਦੇ ਵਿੱਚ ਫਿਲਹਾਲ ਖਹਿਰਾ ਉਹਨਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਦੁਬਾਰਾ ਪੇਸ਼ ਕੀਤਾ ਜਾਏਗਾ। ਉਸ ਰਿਮਾਂਡ ਦੇ ਵਿੱਚ ਕੀ ਨਿਕਲ ਕੇ ਆਇਆ ਇਹਦੀ ਕੋਈ ਅਫੀਸ਼ੀਅਲ ਜਾਣਕਾਰੀ ਪੁਲਿਸ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ, ਪਰ ਇਹ ਜਿਹੜੀ ਗੈਰ ਰਸਮੀ ਤੌਰ ਤੇ ਗੱਲਾਂ ਚੱਲ ਰਹੀ ਹੈ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਖਹਿਰਾ ਦੇ ਅਗੇਂਸਟ ਜਾਂ ਖਹਿਰਾ ਦੇ ਪੱਖ ਵਿੱਚ ਦੋਨੋਂ ਪੱਖਾਂ ਵੱਲੋਂ ਇੱਕ ਨੈਰੇਟਿਵ ਸੈੱਟ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀ ਗੱਲ ਇੰਦਰਪ੍ਰੀਤ ਜੀ ਨੇ ਕਹੀ ਨਾ ਕਿ ਹੁਣ ਤਾਂ ਕਾਂਗਰਸੀ ਲੀਕ ਪਿੱਟ ਰਿਹਾ, ਸੱਪ ਤਾਂ ਲੰਘ ਚੁੱਕਿਆ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਖਹਿਰਾ ਦੀਆਂ ਕੁਝ ਟ੍ਰਾਂਜੈਕਸ਼ਨਸ, ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਕਿਸੇ ਵੀ ਹੱਦ ਤੱਕ ED ਨਾਲੋਂ ਜ਼ਿਆਦਾ ਸક્ષਮ ਨਹੀਂ ਹੈ, ED ਨਾਲੋਂ ਜ਼ਿਆਦਾ ਕੈਪੇਬਲ ਨਹੀਂ ਹੈ। ED ਕਰਦੀ ਆਰਥਿਕ ਅਪਰਾਧ ਦੇ ਮਾਮਲੇ ਆ। ED ਨੇ ਖਹਿਰਾ ਨੂੰ ਪੂਰੀ ਤਰ੍ਹਾਂ ਗ੍ਰਿਲ ਕੀਤਾ ਹੋਇਆ। ਜੇ ਕੁਝ ਨਿਕਲਿਆ ਹੋਊਗਾ ਤੇ ਉਹ ED ਦੀਆਂ ਫਾਈਂਡਿੰਗਸ ਤੇ ਹੀ ਨਿਕਲਿਆ ਹੋਊਗਾ। ਜੇ ED ਦੀਆਂ ਫਾਈਂਡਿੰਗਸ ਤੇ SIT ਕਰ ਰਹੀ, ਅੱਗੇ ਵਧ ਰਹੀ ਆ, ਤਾਂ ਫਿਰ ਇਸ ਗੱਲ 'ਚ ਵੀ ਕਾਫੀ ਦਮ ਹੈ ਕਿ ਖਹਿਰਾ ਫਿਰ ਇਹ ਜਿਹੜੀ
ਈਡੀ ਦਾ ਕੇਸ ਆ, ਇਹਨੂੰ ਖਤਮ ਕਰਾਉਣ ਲਈ ਹਾਈ ਕੋਰਟ ਕਿਉਂ ਗਏ ਹੋਏ ਆ? ਜੇ ਖਹਿਰਾ ਵਰਗਾ ਬੰਦਾ ਜਿਹੜਾ ਲਗਾਤਾਰ ਵਕੀਲਾਂ 'ਚ ਵਿਚਰਦਾ, ਜਿਹਦੇ ਰਿਸ਼ਤੇਦਾਰੀਆਂ ਦੇ ਵਿੱਚ ਜੱਜ ਬੈਠੇ ਨੇ, ਉਹ ਲੋਕ ਇਸ ਵੇਲੇ ਆਪਣੀ ਇਸ ਕੇਸ ਨੂੰ ਖਤਮ ਕਰਾਉਣ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਕਿਉਂ ਬੈਠੇ, ਜੇ ਉਹਨਾਂ ਨੂੰ ਪਤਾ ਹੋਵੇ ਕਿ ਈਡੀ ਨੇ ਕੁਝ ਕੱਢ ਲਿਆ? ਸੋ ਇਹ ਸਵਾਲ ਕਾਫੀ ਅਹਿਮ ਨੇ। ਪਰ ਇੰਦਰਪ੍ਰੀਤ ਜੀ ਕੁਝ ਕਹਿਣਾ ਤਾਂ ਠੀਕ ਹੈ, ਨਹੀਂ ਤੇ ਭਾਸਕਰ ਸਾਹਿਬ ਕੋਲ, ਭਾਸਕਰ ਸਾਹਿਬ ਮਨਪ੍ਰੀਤ ਬਾਦਲ ਤੇ ਆ ਜਾਓ ਸਿੱਧੇ। ਦੇਖੋ, ਜਿੱਥੇ ਤੱਕ ਮਨਪ੍ਰੀਤ ਬਾਦਲ ਹੋਣਾ ਹੈ ਤਾਂ ਉਹਨਾਂ ਦੇ ਖਿਲਾਫ ਇੱਕ FIR ਦਰਜ ਹੋਈ, ਉਸ ਤੋਂ ਬਾਅਦ ਲਗਾਤਾਰ ਉਹ ਫਰਾਰ ਚੱਲ ਰਹੇ ਨੇ। ਕੱਲ ਵੀ ਰੇਡ ਮਾਰੀ ਗਈ ਹਿਮਾਚਲ ਪ੍ਰਦੇਸ਼ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਔਰ ਉਸ ਤੋਂ ਬਾਅਦ ਇੱਕ ਅੰਦਰੂਨੀ ਸੋਰਸ ਜਿਹੜੇ ਇਹ ਵੀ ਇਨਫੋਰਮੇਸ਼ਨ ਦੇ ਰਹੇ ਨੇ ਕਿ 2 ਦਿਨ ਪਹਿਲੇ ਮਨਪ੍ਰੀਤ ਬਾਦਲ ਦੀ ਲੋਕੇਸ਼ਨ ਸੀਗੀ ਰਾਜਸਥਾਨ, ਚਿੱਤੌੜਗੜ੍ਹ ਦਾ ਨਾਮ ਪ੍ਰੋਪਰਲੀ ਆ ਰਿਹਾ, ਤੇ ਉਸ ਤੋਂ ਬਾਅਦ ਹੁਣ ਉਹ 2 ਦਿਨ ਪਹਿਲੇ ਇਹ ਕਥਿਤ ਤੌਰ ਤੇ ਕਿਹਾ ਜਾ ਰਿਹਾ ਕਿ ਦਿੱਲੀ ਦੇ ਵਿੱਚ ਹੈਗੇ ਨੇ। ਕਿੱਥੇ ਹੈਗੇ ਨੇ ਇਹ ਹਜੇ ਤੱਕ ਨਹੀਂ ਦੱਸਿਆ ਗਿਆ, ਪਰ ਨਾਲ ਦੇ ਨਾਲ ਬਠਿੰਡਾ ਦੇ ਵਿੱਚ ਤਕਰੀਬਨ ਸਾਰੇ ਹੋਰ ਕੇਸਾਂ ਦੀ ਇਨਵੈਸਟੀਗੇਸ਼ਨ ਨੂੰ ਛੱਡ ਕੇ ਮਨਪ੍ਰੀਤ ਬਾਦਲ ਦੇ ਖਿਲਾਫ ਇਨਵੈਸਟੀਗੇਸ਼ਨ ਬੜੀ ਇੱਕ ਚੌਥੇ ਲੈਵਲ ਤੇ, ਕਹਿੰਦੇ ਨੇ 5ਵੇਂ ਗੇਅਰ ਤੇ ਗੱਡੀ ਕਰਤੀ। ਉਹ ਗੱਡੀ ਹੁਣ 5ਵੇਂ ਗੇਅਰ ਤੇ ਹੈ। ਕੁਝ ਲੋਕਾਂ ਦੀ ਲਿਸਟ ਬਣਾਏਗੀ, ਤਕਰੀਬਨ 16 ਲੋਕ ਜਿਹੜੇ ਮਨਪ੍ਰੀਤ ਬਾਦਲ ਉਹਨਾਂ ਦੇ ਕਾਫੀ ਕਲੋਜ਼ ਹੁੰਦੇ ਸੀਗੇ, ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਗਈ। 2 ਕੁ ਲੋਕਾਂ ਨੂੰ ਕੱਲ ਵਿਜੀਲੈਂਸ ਨੇ ਨੋਟਿਸ ਵੀ ਦਿੱਤੇ। ਉਹਨਾਂ ਦੇ ਨਾਂ ਹੈਗੇ ਨੇ, ਇੱਕ ਤੇ ਪ੍ਰਾਪਰਟੀ ਦਾ ਬੜਾ ਇੱਕ ਵੱਡਾ ਕਾਰੋਬਾਰੀ ਹੈ, ਔਰ ਬਠਿੰਡੇ ਦੇ ਵਿੱਚ ਇੱਕ ਪੈਰਿਸ ਸਿਟੀ ਕਲੋਨੀ, ਬੜੀ ਜ਼ਬਰਦਸਤ ਕਲੋਨੀ ਹੈ ਔਰ ਪੈਰਿਸ ਵਰਗਾ ਹੀ ਲੱਗਦੀ ਹੈ। ਉਹਦੇ ਜਿਹੜੇ ਮਾਲਕ ਕਹਿੰਦੇ ਨੇ ਅਰਜਿਤ ਗੋਇਲ, ਉਹਨਾਂ ਨੂੰ ਨੋਟਿਸ ਦਿੱਤਾ ਗਿਆ। ਔਰ ਇੱਕ ਜੁਗਨੂ ਨਾਮ ਦੇ ਸ਼ਰਾਬ ਕਾਰੋਬਾਰੀ ਹੈਗੇ ਨੇ, ਇੱਕ ਨੋਟਿਸ ਉਹਨਾਂ ਨੂੰ ਵੀ ਦਿੱਤਾ ਗਿਆ। ਹਾਲਾਂਕਿ ਅਰਜਿਤ ਗੋਇਲ ਦੇ ਨਾਲ ਤੇ ਪੁੱਛਗਿੱਛ ਕੱਲ ਉਹਨਾਂ ਨੂੰ ਡਿਟੇਨ ਕਰਕੇ ਲਿੱਤੀ ਗਈ, ਪਰ ਜੁਗਨੂ ਨਾਮ ਦੇ ਕਾਰੋਬਾਰੀ ਉਹ ਫਿਲਹਾਲ ਫਰਾਰ ਚੱਲ ਰਹੇ ਨੇ। ਉਹਨਾਂ ਦੇ ਦਫ਼ਤਰ ਉਹ ਹੋਰ ਠਿਕਾਣਿਆਂ ਦੇ ਉੱਤੇ ਛਾਪਾ ਜ਼ਰੂਰ ਮਾਰਿਆ ਸੀਗਾ, ਪਰ ਹਜੇ ਤੱਕ ਬਹੁਤੀ ਨਹੀਂ। ਲੇਕਿਨ ਇਹ ਜਿਹੜੇ 16 ਨਾਂ ਦੀ ਗੱਲ ਕਰ ਰਹੇ ਆ, ਇਹਨਾਂ ਦੇ ਵਿੱਚੋਂ ਜਿਹੜੇ ਨਾਂ ਨਿਕਲ ਕੇ ਆ ਰਹੇ ਨੇ ਔਰ ਜੋ ਸੂਤਰਾਂ ਨੇ ਹੀ ਦੱਸੇ ਨੇ, ਉਹਦੇ ਵਿੱਚ ਜੋ ਜਿਹੜੇ ਸਾਲੇ ਸੀਗੇ ਉਹਨਾਂ ਦੇ, ਜਸਬੀਰ ਚਾਚਾ ਜਿਹੜੇ ਬੜੇ ਮਸ਼ਹੂਰ ਸੀਗੇ, ਮਨਪ੍ਰੀਤ ਬਾਦਲ ਉਹਨਾਂ ਦੇ ਨਾਲ ਰਹਿੰਦੇ ਸੀ, ਉਹਨਾਂ ਦਾ ਵੀ ਨਾਂ ਹੈਗਾ ਇੱਕ ਸੰਦੀਪ, ਜਿਹੜੇ ਮੇਅਰ ਹੁੰਦੀ ਸੀ ਉਹਦੇ ਹਸਬੈਂਡ, ਇੱਕ ਸੰਦੀਪ। ਉਹਨਾਂ ਨੂੰ ਵੀ ਜੁਗਨੂ ਅਰਜਿਤ ਗੋਇਲ ਦੀ ਤੇ ਆਪਾਂ ਗੱਲ ਕਰਕੇ ਹਟੇ ਆ। ਕੁਝ ਨਾਮ ਹੋਰ ਨਿਕਲ ਕੇ ਆ ਰਹੇ ਨੇ, ਰਾਜੂ ਸਰਾ, ਮਾਸਟਰ ਹਰਮੰਦਰ ਸਿੰਘ, ਆ ਜਿਹੜੇ ਬੰਦੇ ਨੇ ਉਹ ਵੀ ਮਨਪ੍ਰੀਤ ਬਾਦਲ ਉਹਨਾਂ ਦੇ ਕਾਫੀ ਕਲੋਜ਼ ਸੀਗੇ। ਉਹਨਾਂ ਦਾ ਵੀ ਇੱਕ ਇਨਵੈਸਟੀਗੇਸ਼ਨ ਜਾਂ ਉਹਨਾਂ ਦਾ ਜਿਹੜਾ ਮਨਪ੍ਰੀਤ ਦੇ ਨਾਲ ਰਿਲੇਸ਼ਨ ਉਹ ਅੰਡਰ ਸਕੈਨਰ ਜ਼ਰੂਰ ਚੱਲ ਰਹੇ ਨੇ। ਕੁਝ ਅਫਸਰਾਂ ਦੀ ਵੀ ਗੱਲ ਚੱਲ ਰਹੀ ਹੈ। ਇੱਕ ਐਕਸੀਅਨ ਹੁੰਦੇ ਸੀ ਨਗਰ ਨਿਗਮ ਦੇ ਵਿੱਚ, ਔਰ ਉਹਨਾਂ ਦਾ ਵੀ ਨਾਂ ਅੰਡਰ ਸਕੈਨਰ ਜਾਂ ਉਹਨਾਂ ਦੇ ਪ੍ਰਤੀ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ। ਇਹ ਗੱਲਾਂ ਨਿਕਲ ਕੇ ਆ ਰਹੀ ਹੈ। ਫਿਲਹਾਲ 4 ਅਕਤੂਬਰ ਨੂੰ ਮਨਪ੍ਰੀਤ ਬਾਦਲ ਉਹਨਾਂ ਦੀ ਬੇਲ ਐਪਲੀਕੇਸ਼ਨ ਦੇ ਉੱਤੇ ਬਠਿੰਡਾ ਕੋਰਟ ਦੇ ਵਿੱਚ ਹੀਅਰਿੰਗ ਹੋਏਗੀ। ਸਰਕਾਰ ਨੂੰ ਨੋਟਿਸ ਜਾ ਚੁੱਕਿਆ ਹੈ। 4 ਅਕਤੂਬਰ ਤੋਂ ਪਹਿਲੇ ਮਨਪ੍ਰੀਤ ਬਾਦਲ ਨੂੰ ਅਰੈਸਟ ਕਰਨ ਦੀ ਇੱਕ ਤਰੀਕੇ ਨਾਲ ਦਬਾਅ ਉਹ ਵਿਜੀਲੈਂਸ ਦੇ ਅਫਸਰਾਂ ਦੇ ਉੱਤੇ ਸਾਫ਼ ਦੇਖਿਆ ਜਾ ਰਿਹਾ ਹੈ, ਜਿਸ ਤਰੀਕੇ ਨਾਲ ਬਾਕੀ ਸਾਰੇ ਕੇਸਾਂ ਦੀ ਇਨਵੈਸਟੀਗੇਸ਼ਨ ਨੂੰ ਕਿਨਾਰੇ ਰੱਖ ਕੇ ਸਿਰਫ ਔਰ ਸਿਰਫ ਮਨਪ੍ਰੀਤ ਬਾਦਲ ਦੇ ਖਿਲਾਫ ਸਬੂਤ ਇਕੱਠੇ ਕਰਨ ਦੇ ਵਿੱਚ ਇੱਕ ਤਰੀਕੇ ਨਾਲ ਵਿਜੀਲੈਂਸ ਬਿਊਰੋ ਬਠਿੰਡਾ ਪੂਰੇ ਤਰੀਕੇ ਨਾਲ ਮਤਲਬ ਬੜੀ ਮਿਹਨਤ ਕਰ ਰਿਹਾ ਹੈ। ਇੰਦਰਪ੍ਰੀਤ ਜੀ, ਜਦੋਂ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਨਾ ਕਿ ਜਿਹੜੇ ਖਹਿਰੇ ਦੇ ਬਾਹਰ ਭੱਜਣ ਦਾ ਡਰ ਹੁੰਦਾ, ਜਿਨ੍ਹਾਂ ਦੇ ਭੱਜਣ ਦਾ ਡਰ ਹੁੰਦਾ ਉਹ ਬਹਿ ਕੇ ਨਿਕਲ ਜਾਂਦੇ ਆ। ਕੌਡੀ 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 ਨਹੀਂ ਕਰਦੇ ਫਿਰਦੇ ਸਾਰਾ ਦਿਨ। ਉਹ ਖਹਿਰੇ ਨੇ ਕੌਡੀ 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 ਕੀਤੀ ਹੋਈ ਸੀ ਸਰਕਾਰ ਦੇ ਖਿਲਾਫ। ਸੋ ਭੱਜਣ ਵਾਲੀ ਗੱਲ ਤਾਂ ਮੈਨੂੰ ਨਹੀਂ ਲੱਗਦੀ। ਜੇ ਉਹਨਾਂ ਨੂੰ ਕੈਂਸਰ ਵਰਗੀ ਇਸ ਤਰ੍ਹਾਂ ਦੀ ਅਲਾਮਤ ਦਾ ਕੋਈ ਨਾਲ ਜੂਝਣਾ ਪੈ ਰਿਹਾ ਤਾਂ ਕੁਦਰਤੀ ਤੌਰ ਤੇ ਇੱਕ ਹੋਰ ਹਮਦਰਦੀ ਖਹਿਰੇ ਨੂੰ ਮਿਲਣ ਵਾਲੀ ਹੈ। ਤੇ ਇਹੋ ਜਿਹੇ ਬੰਦੇ ਜੇਕਰ ਇਹੋ ਜਿਹੀਆਂ ਸੱਟਾਂ ਚੋਂ ਉੱਭਰ ਆਉਣ ਤਾਂ ਫਿਰ ਜੇ ਵਿਜ਼ਨਰੀ ਹੋਣ, ਜੇ ਉਹ ਅਸਹਿਣਸ਼ੀਲ ਨਾ ਹੋਣ ਜ਼ਿਆਦਾ, ਤਾਂ ਥੋੜੇ ਸੰਜਮ ਨਾਲ ਸਟੇਟ ਦੀ ਪੋਲਿਟਿਕਸ 'ਚ ਵੱਡਾ ਰੋਲ ਪਲੇ ਕਰਨ ਦੇ ਸਮਰੱਥ ਹੋ ਜਾਂਦੇ ਆ। ਉਹਨਾਂ ਨੂੰ ਪਰ ਨਿੱਤਰ ਕੇ ਆਉਣਾ ਪਊਗਾ ਇਹ ਦਿਖਾ ਕੇ ਕਿ ਮੇਰੇ ਕਿਸੇ ਵੀ ਤਰ੍ਹਾਂ ਦੀਆਂ ਟ੍ਰਾਂਜੈਕਸ਼ਨਸ ਗਲਤ ਨਹੀਂ ਹੈ, ਮੇਰੇ ਖਾਤਿਆਂ 'ਚ ਪੈਸੇ ਏਦਾਂ ਨਹੀਂ ਆਏ। ਸਭ ਤੋਂ ਵੱਡੀ ਗੱਲ ਤੇ ਹੁੰਦੀ ਹੈ ਕਿ ਪੋਲੀਟੀਸ਼ੀਅਨ ਪੈਸਾ ਲਵੇ ਹੀ ਕਿਉਂ। ਸੋ ਮੈਨੂੰ ਲੱਗਦਾ ਕਿ ਖੈਰ ਇਹਨੂੰ ਸਾਬਤ ਕਰਨਾ ਪਊਗਾ ਕਿ ਪੈਸੇ ਉਹਨਾਂ ਨੂੰ ਜਿਹੜੇ ਆਏ ਨੇ, ਜੋ ਵੀ ਆਏ ਨੇ, ਹਾਲਾਂਕਿ ਪੈਸੇ ਉਹ ਆਮ ਆਦਮੀ ਪਾਰਟੀ ਲਈ ਇਲੈਕਸ਼ਨ ਫੰਡ ਇਕੱਠਾ ਕਰਨ ਗਏ ਸੀ। ਖੈਰੇ ਵਰਗੇ ਹੋਰ ਬਾਕੀ ਸਾਰੇ, ਭਾਵੇਂ ਸਿੱਧੂ ਹੋਵੇ, ਖਹਿਰਾ ਹੋਵੇ, ਕੋਈ ABC ਹੋਵੇ ਜਿਹੜਾ ਮਾੜਾ ਮੋਟਾ ਦਾਅਵਾ ਕਰਦਾ ਹੈ ਕਿ ਉਹਨੂੰ ਦਰਦ ਹੈ ਇਸ ਖਿੱਤੇ ਦਾ, ਉਹਨੂੰ ਇਹ ਲਾਲਚ ਮਕਾਉਣੇ ਪੈਣਗੇ ਕਿ ਪੈਸੇ ਦੇ ਦਿਓ ਜੀ, NRI ਕੋਲ ਜਾਣਾ ਜੀ, ਅੱਜ ਕਿਸੇ ਦੇ ਘਰ ਡਿਨਰ, ਅੱਜ ਕਿਸੇ ਦੇ ਘਰ ਮਹਿਫਲ, ਅੱਜ ਕਿਸੇ ਹੋਟਲ 'ਚ ਪ੍ਰੋਗਰਾਮ ਕੀਤਾ, ਕਿੰਨੇ ਡਾਲਰ ਇਕੱਠੇ ਹੋਏ। ਭਾਸ਼ਣ ਵੀ ਉਹਨੇ ਲੱਛੇਦਾਰ ਹੁੰਦੇ ਜਿੰਨੇ ਡਾਲਰ ਇਕੱਠੇ ਹੋਣ ਦੀ ਉਮੀਦ ਹੋਵੇ। ਉਹ ਛੱਡਣਾ ਪੈਣਾ, ਲੜਨਾ ਪੈਣਾ। ਜੇ ਲੜਨਾ ਤੇ ਲੜੋ, ਨਹੀਂ ਤਾਂ ਕੋਈ ਦੁਕਾਨ ਪਾ ਲਓ, ਕੀ ਫਰਕ ਪੈਂਦਾ। ਇੰਦਰਪ੍ਰੀਤ ਜੀ, ਮਨਪ੍ਰੀਤ ਬਾਦਲ ਤੋਂ ਇਹ ਉਮੀਦ ਨਹੀਂ ਸੀ, ਲੱਗਦਾ ਸੀ ਕਿ ਉਹ ਫੇਸ ਕਰਨਗੇ,
ਪਰ ਦੂਜੇ ਪਾਸੇ ਵਕੀਲ ਕਹਿੰਦੇ ਨੇ ਕਿ ਉਹਨਾਂ ਦਾ ਹੱਕ ਬਣਦਾ। ਜਿੰਨਾ ਚਿਰ ਉਹਨਾਂ ਨੂੰ ਸੁਪਰੀਮ ਕੋਰਟ ਨਹੀਂ ਇਹ ਕਹਿ ਦਿੰਦੀ ਆਖਰੀ ਸਾਡਾ ਮੰਚ ਜਿਹੜਾ ਸਭ ਤੋਂ ਵੱਡਾ ਨਿਆਂ ਦਾ, ਉਹ ਨਹੀਂ ਕਹਿ ਦਿੰਦਾ ਕਿ ਹਾਂ ਵੀ ਤੇਰੀ ਰੱਦ ਕੀਤੀ ਜਾਂਦੀ ਆ ਐਂਟੀਸਿਪੇਟਰੀ, ਉਨੀ ਦੇਰ ਤਾਂ ਉਹ ਜਿੰਨਾ ਮਰਜ਼ੀ ਆਪਣੇ ਐਕਸਰਸਾਈਜ਼ ਕਰ ਲੈਣ ਅਖਤਿਆਰਾਤ, ਉਹਨਾਂ ਚਿਰ ਜ਼ਰੂਰੀ ਨਹੀਂ ਕਿ ਉਹ ਸ਼ਾਮਲ ਹੀ ਹੋਣ ਤਫਤੀਸ਼ ਵਿੱਚ। ਕੀ ਕਹਿੰਦੇ ਹੋ? ਰੰਧਾਵਾ ਸਾਹਿਬ ਠੀਕ ਹੈ ਤੁਹਾਡੀ ਗੱਲ ਕਿ ਭਾਸਕਰ ਸਾਹਿਬ ਨੇ ਜੋ ਗੱਲ ਕਹੀ ਆਉਣੀ ਕਿ ਉਹਨਾਂ ਨੇ ਐਪਲੀਕੇਸ਼ਨ ਲਗਾਈ ਹੈ ਜਿਹਦੀ 4 ਅਕਤੂਬਰ ਨੂੰ ਸੁਣਵਾਈ ਹੋਣੀ ਹੈ। ਉਸ ਤੋਂ ਪਹਿਲਾਂ ਵੀ ਇੱਕ ਐਪਲੀਕੇਸ਼ਨ ਉਹਨਾਂ ਨੇ ਲਗਾਈ ਹੋਈ ਸੀ ਪਰ ਉਹ ਵਾਪਸ ਲੈ ਲਈ ਸੀ। ਹੁਣ ਨਵੇਂ ਸਿਰੇ ਤੋਂ ਲਗਾਈ ਗਈ ਹੈ। ਉਹਨਾਂ ਦੇ ਵਕੀਲ ਜਿਹੜੇ ਸੁਖਦੀਪ ਸਿੰਘ ਭਿੰਡਰ ਹੈਗੇ ਆ, ਉਹਨਾਂ ਨੇ ਕੱਲ ਇਹ ਮੀਡੀਆ ਨੂੰ ਉੱਥੇ ਸਪਸ਼ਟ ਕੀਤਾ ਕਿ ਅਸੀਂ ਐਪਲੀਕੇਸ਼ਨ ਮੂਵ ਕਰਤੀ ਹੈ। ਔਰ ਮੈਨੂੰ ਇਹ ਵੀ ਪਤਾ ਚੱਲਿਆ ਕਿ ਇੱਥੇ ਚੰਡੀਗੜ੍ਹ ਵੀ ਉਹ ਜਿਹੜਾ ਹੈਗਾ ਕਾਨੂੰਨੀ ਚਾਰਾਜੋਈ ਕਰ ਰਹੇ ਹੈ ਔਰ RS ਚੀਮਾ ਵਰਗੇ ਜਿਹੜੇ ਵਕੀਲ ਹੈਗੇ ਆ ਉਹਨਾਂ ਨਾਲ ਸੰਪਰਕ ਵੀ ਕੀਤਾ ਜਾ ਰਿਹਾ ਹੈ ਔਰ ਸੰਭਵ ਹੈ ਕਿ ਹੋ ਵੀ ਗਿਆ, ਲਗਭਗ ਹੋ ਗਿਆ, ਕਿਉਂਕਿ ਇਹਨਾਂ ਕੇਸਾਂ ਵਿੱਚ ਆਮ ਤੌਰ ਤੇ ਹੁੰਦਾ ਹੀ ਹੈ ਕਿ ਨਿਚਲੀ ਅਦਾਲਤਾਂ ਜਿਹੜੀਆਂ ਨੇ ਉੱਥੇ ਜ਼ਮਾਨਤ ਮਿਲਦੀ ਨਹੀਂ ਹੈ, ਉਹਨਾਂ ਨੂੰ ਫਿਰ ਉੱਪਰ ਆਉਣਾ ਹੀ ਪੈਂਦਾ ਹੈ ਹਾਈ ਕੋਰਟ 'ਚ। ਹਾਈ ਕੋਰਟ 'ਚ ਫਿਰ ਇੱਥੇ ਅਗਰ ਡਿਸਮਿਸ ਹੁੰਦੀ ਹੈ ਤਾਂ ਸੁਪਰੀਮ ਕੋਰਟ 'ਚ ਜੋ ਵੀ ਹੈ ਕੇਸ ਦੀ ਉਹ ਜਿੰਨੀ ਉਹ ਠੀਕ ਹੈ ਤੁਹਾਡੀ ਗੱਲ ਵੀ ਜਿਹੜੇ ਤੁਹਾਡੇ ਉਹਨਾਂ ਨੇ ਕਿਹਾ ਕਿ ਕਾਨੂੰਨੀ ਚਾਰਾਜੋਈ ਦੀ ਤਾਂ ਉਹਨਾਂ ਨੂੰ ਰਾਈਟ ਹੈ ਨਾ, ਤੇ ਉਹ ਸੁਪਰੀਮ ਕੋਰਟ ਤੱਕ ਵੀ ਜਾ ਸਕਦੇ ਹੈ। ਜਦੋਂ ਉੱਥੋਂ ਕੁਝ ਵੀ ਡਾਇਰੈਕਸ਼ਨ ਮਿਲੇਗੀ ਉਸ ਤੋਂ ਬਾਅਦ ਅੱਗੇ ਵਧਿਆ ਜਾਏਗਾ। ਸੋ ਮੈਨੂੰ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਉਹ RS ਚੀਮਾ ਹੋਰਾਂ ਨੂੰ ਉਹਨਾਂ ਨੇ ਇੱਥੇ ਵਕੀਲ ਕਰ ਲਿਆ ਤੇ ਅੱਗੇ ਵਧ ਰਹੇ ਨੇ। ਉਹਨਾਂ ਨੂੰ ਇਹ ਵੀ ਯਾਨੀ ਕਿ ਇਸ ਗੱਲੋਂ ਪੱਕਾ ਹੈ ਯਕੀਨ ਕਿ ਉੱਥੇ ਸਾਡੀ ਬਠਿੰਡਾ ਵਾਲੀ ਅਦਾਲਤ 'ਚ ਸੁਣਵਾਈ ਜਾਂ ਸਾਨੂੰ ਜ਼ਮਾਨਤ ਨਹੀਂ ਮਿਲੇ। ਇੰਦਰਪ੍ਰੀਤ ਜੀ, ਉੱਥੇ ਕੱਲ ਕੁਝ ਅਧਿਕਾਰੀਆਂ ਨਾਲ ਗੱਲ ਕਰਦਿਆਂ ਇਹ ਵੀ ਥੋੜਾ ਜਿਹਾ ਧੁੰਦਲਾ ਕਲੀਅਰ ਹੋ ਰਿਹਾ ਸੀ ਕਿ ਉਹਨਾਂ ਦੇ ਦਿੱਲੀ 'ਚ ਇੱਕ MP ਦੀ ਕੋਠੀ 'ਚ ਹੋਣ ਦਾ ਸ਼ੱਕ ਹੈ। ਤਾਂ ਮੈਂ ਕਿਹਾ ਫਿਰ ਵੇਖ ਲਓ, ਉੱਥੇ ਜਾਣ ਨੂੰ ਵੀ ਡਰਦੇ ਨੇ ਸਾਰੇ, ਪਤਾ ਨਹੀਂ ਗਏ ਨੇ ਕਿ ਨਹੀਂ ਗਏ। ਵੈਸੇ ਤਾਂ ਜਦੋਂ ਪਿੱਛੋਂ ਡੰਡਾ ਚੜਦਾ ਨਾ ਵੀ ਜਾਓ ਜ਼ਰਾ, ਫਿਰ ਵਿਚਾਰੇ ਪੁਲਿਸ ਵਾਲਿਆਂ ਦੀ ਕੀ ਵੱਟੀ ਦੀ ਹੈ। ਕਈ ਤਾਂ ਚਾਹੁੰਦੇ ਵੀ ਹੁੰਦੇ ਛੱਡੋ ਯਾਰ ਕਿਹੜੇ ਝਮੇਲਿਆਂ 'ਚ ਪਾਇਆ ਹੋਇਆ। ਖੈਰ ਆਪਾਂ ਇਸ ਤੋਂ ਅੱਗੇ ਵੱਧਦੇ ਹਾਂ। ਕੱਲ ਤਰਨਤਾਰਨ ਦੇ ਵਿੱਚ ਜੋ ਕੁਝ ਵਾਪਰ ਰਿਹਾ ਸੀ ਉਹਦੇ ਨਾਲ ਇੱਕ ਵਾਰੀ ਸਾਂਝ ਜ਼ਰੂਰ ਪਾਓ। ਤੁਹਾਡੇ ਚੰਡੀਗੜ੍ਹ ਦੇ ਘੇਰਿਆਂ 'ਚ ਵੀ ਰੌਲਾ ਪੈਂਦਾ ਰਿਹਾ ਕਿ MLA ਨੂੰ ਸਪੋਰਟ ਕਿੱਥੋਂ ਮਿਲੀ। MLA ਦੇ ਮਗਰ ਮੁੱਖ ਮੰਤਰੀ ਖੜੇ ਹੋਏ, ਸਪੀਕਰ ਖੜੇ ਹੋਏ, ਕਿਉਂਕਿ ਸਪੀਕਰ ਵੀ MLA ਦੇ ਅਖਤਿਆਰਾਤ ਨੂੰ ਪ੍ਰੋਟੈਕਟ ਕਰਦੇ ਹੁੰਦੇ ਆ। ਦਿੱਲੀ ਦੀ ਕੋਈ ਤਾਕਤ ਮਨਜਿੰਦਰ ਸਿੰਘ ਲਾਲਪੁਰਾ ਨੂੰ ਬਚਾ ਕੇ ਕੱਢ ਕੇ ਲਿਆਈ ਤੇ SSP ਸਮੇਤ ਤਰਨਤਾਰਨ ਪੁਲਿਸ ਸਾਰੀ ਦੀ ਸਾਰੀ ਕਟਹਿਰੇ 'ਚ ਖੜੀ ਕਰਤੀ। ਪਰ ਪੁਲਿਸ ਨੇ ਜਿਹੜਾ ਆਪਣਾ ਜਸਚਰ ਦਿਖਾਇਆ, ਆਪਣੇ SSP ਨੂੰ ਜਿਸ ਤਰ੍ਹਾਂ ਦੀ ਵਿਦਾਇਗੀ ਦਿੱਤੀ, ਉਹ ਵੀ ਇਤਿਹਾਸ ਬਣਾਤਾ। ਵਾਹ ਵੀ ਵਾਹ, ਫੁੱਲਾਂ ਦੀ ਆਹ ਵਰਖਾ ਸੀ, ਬਾਰ-ਬਾਰ ਫੁੱਲ ਚਿਹਰੇ ਤੇ ਵੱਜਦੇ ਸੀ ਜਾ ਕੇ। ਉਹ ਵੀ ਕਹਿੰਦੇ ਕਿ ਤਨਦੇਹੀ ਨਾਲ ਡਿਊਟੀ ਕਰੋ, ਜਿੱਥੇ ਜਾਵਾਂਗੇ ਉੱਥੇ ਵੀ ਝੰਡੇ ਚਲਾਵਾਂਗੇ। ਤੇ ਜੇ ਕਿਤੇ ਲਾਈ ਕਲਰਕਾਂ ਵਾਂਗ ਦਿੱਤਾ ਚੌਹਾਨ ਸਾਹਿਬ, ਫੇਰ ਅਖਬਾਰ ਪੜ੍ਹ ਛੱਡਿਆ ਕਰਿਓ, ਕਦੇ ਕਦੇ ਸਾਡਾ ਪ੍ਰੋਗਰਾਮ ਦੇਖ ਲਿਆ ਕਰੋ। ਹੋਰ ਕੀ ਹੈ ਜੀ। ਰੰਧਾਵਾ ਸਾਹਿਬ ਬਿਲਕੁਲ ਆਪਾਂ ਇਹ ਗੱਲ ਪਹਿਲਾਂ ਵੀ ਡਿਸਕਸ ਕੀਤੀ ਸੀ। ਕੱਲ ਵੀ ਮੈਨੂੰ ਬਹੁਤ ਫੋਨ ਵੀ ਆਏ ਇਸ ਉਹਦੇ ਵਿੱਚ ਵੀ ਜਿਹੜੀ ਮੈਂ ਕੱਲ ਤੁਹਾਨੂੰ ਸੁਣਾਈ ਸੀ ਗੱਲ ਬਠਿੰਡੇ ਵਾਲੀ ਕਿ ਬਠਿੰਡਾ DC ਤੇ SSP ਨੂੰ ਕਿਵੇਂ ਬਾਲ ਸਾਹਿਬ ਹੋਰਾਂ ਨੇ ਬਦਲਿਆ ਸੀਗਾ। ਤਾਂ ਉਹ ਸਾਰੇ ਜਿਹੜੇ ਜੁੜੇ ਹੋਏ ਅਫਸਰ ਸੀਗੇ, ਕੁਝ ਰਿਟਾਇਰ ਹੋ ਗਏ ਹੁਣ ਤੇ ਕੁਝ ਹਜੇ ਵੀ ਹੈਗੇ ਆ, ਤੇ ਉਹਨਾਂ ਦੇ ਆਏ ਸੀ ਫੋਨ ਵੀ ਤੁਹਾਨੂੰ ਹਜੇ ਤੱਕ ਯਾਦ ਹੈ ਵੀ ਸਾਡੇ ਨਾਲ ਏਦਾਂ ਹੋਇਆ। ਸੋ ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਲੱਦੜ ਸਾਹਿਬ ਤਾਂ ਰੈਗੂਲਰ ਲਿਸਨਰ ਨੇ, ਕਦੇ ਕਦੇ ਐਪਰੀਸ਼ੀਏਟ ਕਰਦੇ ਨੇ, ਬੰਦੇ ਚੰਗੇ ਨੇ। ਉਹ ਪੂਰਾ ਪਰਿਵਾਰ ਪੋਲੀਟੀਕਲੀ ਬਹੁਤ ਐਨਲਾਈਟਡ ਆ, ਸਾਰੇ ਉਹ ਸੁਣਦੇ ਰਹਿੰਦੇ ਆ ਵਧੀਆ ਡਿਬੇਟਸ ਨੂੰ। ਸੋ ਮੈਂ ਸਹਿਮਤ ਹਾਂ ਤੁਹਾਡੇ ਨਾਲ ਕਿ ਉਹ ਕਾਫੀ ਪੁਰਾਣੀਆਂ ਗੱਲਾਂ ਯਾਦ ਕਰਦੇ ਹੁੰਦੇ। ਯਸ਼ਵੀਰ ਮਹਾਜਨ ਬਾਦਲ ਸਾਹਿਬ ਨਾਲ ਪਠਾਨਕੋਟ ਦੀ ਜੇਲ੍ਹ ਵਾਲੀਆਂ ਗੱਲਾਂ ਉਹ ਵੀ ਕਦੇ ਕਦੇ ਕਰਦੇ ਰਹਿੰਦੇ ਆ। ਬਾਦਲ ਸਾਹਿਬ ਨਾਲ ਜੁੜੇ ਅਫਸਰਾਂ ਦੇ ਕਿਸੇ ਕਹਾਣੀਆਂ ਬਹੁਤ ਨੇ ਜੀ। ਤੇ ਉਹ ਕੱਲ ਮਤਲਬ ਇਹ ਦੱਸਣ ਦਾ ਮੇਰਾ ਮਤਲਬ ਸਿਰਫ ਇੰਨਾ ਹੀ ਸੀਗਾ ਕਿ ਪੋਲੀਟੀਕਲ ਬੰਦੇ ਆਪਣੀਆਂ ਪੋਲੀਟੀਕਲ ਸਥਿਤੀਆਂ ਦੇ ਅਨੁਸਾਰ ਫੈਸਲੇ ਲੈਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਮੈਨੂੰ ਅਗਰ ਕਿਸੇ ਬੰਦੇ ਨੇ ਮੁੱਖ ਮੰਤਰੀ ਬਣਾਇਆ ਤੇ ਮੇਰੇ MLA ਨੇ ਬਣਾਇਆ ਹੋਇਆ, ਜੇ ਕੱਲ MLA ਮੇਰੇ ਤੋਂ ਨਾਰਾਜ਼ ਹੋ ਕੇ ਸਾਈਡ ਤੇ ਹੋ ਗਏ ਤੇ ਮੈਂ ਵੀ ਮੁੱਖ ਮੰਤਰੀ ਨਹੀਂ ਰਹਿਣਾ। ਇਸ ਕਰਕੇ ਪੋਲੀਟੀਕਲ ਬੰਦੇ ਕਦੇ ਵੀ ਜਿਹੜਾ ਹੈਗਾ ਅਫਸਰਸ਼ਾਹੀ ਦਾ ਸਾਥ ਨਹੀਂ ਦਿੰਦੇ। ਅਫਸਰਾਂ ਜਿੱਥੇ ਇੱਕ ਅਫਸਰ ਕੰਮ ਕਰਨਾ ਚਾਹੁੰਦਾ ਹੈ ਉੱਥੇ ਤਾਂ 10 ਅਫਸਰ ਹੋਰ ਮਿਲ ਜਾਣਗੇ। ਅਗਰ ਇੱਕ ਨਾਰਾਜ਼ ਵੀ ਹੋ ਗਿਆ ਤਾਂ 10 ਹੋਰ ਆ ਜਾਣਗੇ। ਪਰ ਜੇ MLA ਨਾਰਾਜ਼ ਹੋ ਕੇ ਚਲੇ ਗਏ, ਗਰੁੱਪ ਬਣਾ ਕੇ ਅੱਡ ਹੋ ਗਏ, ਫਿਰ ਮੁਸ਼ਕਿਲ ਹੋ ਜਾਂਦੀ ਹੈ। ਮੈਨੂੰ ਲੱਗਦਾ ਕਿ ਇਸੇ ਕਰਕੇ ਪੋਲੀਟੀਕਲ ਬੰਦੇ ਜਿਹੜੇ ਹੈਗੇ ਉਹ ਕਦੇ ਜਿਹੜੇ ਬਿਊਰੋਕਰੈਟਸ ਨਾਲ ਖੜਦੇ ਨੇ। ਸੋ ਕੱਲ ਜਿਹੜੀ ਤੁਸੀਂ ਗੱਲ ਕੀਤੀ ਕਿ ਗੁਰਮੀਤ ਚੌਹਾਨ ਹੋਰਾਂ ਨੂੰ ਬਹੁਤ ਅੱਛਾ ਸਵਾਗਤ ਉਹਨਾਂ ਦਾ, ਦੇਖੋ ਵਿਦਾਇਗੀ ਉਹਨਾਂ ਦੇ ਉੱਥੋਂ ਵਿਦਾਇਗੀ ਜਿਹੜੀ ਹੈਗੀ ਹੈ ਫੇਅਰਵੈਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਬਹੁਤ ਅੱਛੀ ਦਿੱਤੀ ਹੈ। ਇਹ ਬਹੁਤ ਘੱਟ
ਦੇਖਣ ਨੂੰ ਮਿਲਦਾ। ਮੈਨੂੰ ਤਾਂ ਲੱਗਦਾ ਕਿ ਮੈਂ ਤਾਂ ਮੈਨੂੰ 20-25 ਸਾਲ ਹੋ ਗਏ ਆ ਪੱਤਰਕਾਰੀ ਕਰਦੇ ਨੂੰ। ਮੈਂ ਕਿਸੇ ਟੀਚਰਸ ਦੀ ਤਾਂ ਮੈਂ ਬਹੁਤ ਦੇਖੀ ਹੈ ਕਿ ਟੀਚਰਸ ਨੂੰ ਇਦਾਂ ਦੀ ਵਿਦਾਇਗੀ ਕਈ ਸਟੂਡੈਂਟ ਦਿੰਦੇ ਆ ਜਾਂ ਉਹਨਾਂ ਦਾ ਸਟਾਫ ਦਿੰਦਾ, ਪਰ ਇੱਕ ਐਸਐਸਪੀ ਨੂੰ ਇਸ ਕਿਸਮ ਦੀ ਵਿਦਾਇਗੀ ਬਹੁਤ ਘੱਟ ਮਿਲਦੀ। ਹਾਂ, ਲੱਦੜ ਸਾਹਿਬ ਨੂੰ ਜ਼ਰੂਰ ਮਿਲੀ ਸੀ ਇਸੇ ਤਰ੍ਹਾਂ ਦੀ। ਜਿਹੜੇ ਐਸਆਰ ਲੱਦੜ ਹੈਗੇ ਆ, ਜਦੋਂ ਉਹਨਾਂ ਨੂੰ ਹਟਾਇਆ ਸੀ, ਮੈਨੂੰ ਯਾਦ ਹੈ ਉਹਨਾਂ ਨੂੰ ਵੀ ਇਸੇ ਤਰ੍ਹਾਂ ਦੀ ਵਿਦਾਇਗੀ ਮਿਲੀ ਸੀ, ਤੇ ਉਦੋਂ ਵੀ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਬਹੁਤ ਵਧੀਆ ਦਿੱਤੀ ਜੀ, ਕਿਉਂਕਿ ਅਸੀਂ ਉਹਦੇ ਵਿੱਚ ਸ਼ਾਮਲ ਸੀ ਉਸ ਪ੍ਰੋਗਰਾਮ ਨੂੰ ਕਵਰ ਕਰਨ ਦੇ ਵਿੱਚ। ਇਸ ਕਰਕੇ ਮੈਨੂੰ ਯਾਦ ਹੈ ਉਹਨਾਂ ਨੂੰ ਵੀ ਇਸੇ ਕਿਸਮ ਦੀ ਵਿਦਾਇਗੀ ਉੱਥੋਂ ਮਿਲੀ ਸੀ, ਬਠਿੰਡੇ ਤੋਂ। ਪਰ ਇੱਥੇ ਜਿਹੜੀ ਇਹ ਵਾਲੀ ਸਿਚੁਏਸ਼ਨ ਹੈ, ਇੱਕ ਕੱਲ ਪੁਲਿਸ ਦੇ ਗਰੁੱਪ ਦੇ ਵਿੱਚ ਇੱਕ ਬਹੁਤ 3 ਪੇਜਾਂ ਦਾ ਇੱਕ ਮੈਸੇਜ ਚੱਲ ਰਿਹਾ ਸੀ, ਤੇ ਮੈਨੂੰ ਵੀ ਕਿਤੋਂ ਮਤਲਬ ਗਰੁੱਪਾਂ ਦੇ ਵਿੱਚੋਂ ਹੀ ਆਇਆ, ਤੇ ਉਹਦੇ 'ਚ ਇਹੀ ਸੀ ਜਿਸ 'ਚ ਇੱਕ ਮੈਸੇਜ ਕਲੀਅਰ ਕੱਟ ਦਿੱਤਾ ਹੋਇਆ ਸੀ ਸਾਰੇ ਐਸਐਸਪੀਜ਼ ਨੂੰ, ਸਾਰੇ ਆਈਜੀਜ਼ ਨੂੰ, ਡੀਆਈਜੀਜ਼ ਨੂੰ, ਥੱਲੇ ਤੱਕ ਹੌਲਦਾਰ ਤੱਕ ਉਹ ਦਿੱਤਾ ਹੋਇਆ ਸੀ ਵੀ ਤੁਸੀਂ ਪੋਲੀਟੀਕਲ ਬੰਦਿਆਂ ਦੇ ਟੂਲ ਨਾ ਬਣੋ, ਜਨਤਾ ਲਈ ਕੰਮ ਕਰੋ। ਇਹ ਥੱਲੇ ਅਨਸਾਈਨਡ ਸੀ, ਮੈਨੂੰ ਨਹੀਂ ਪਤਾ ਕਿ ਉਹ ਕਿਹਨੇ ਇਸ ਤਰ੍ਹਾਂ ਦਾ ਚਲਾਇਆ ਹੈਗਾ, ਪਰ ਉਹ 'ਚ ਸਾਰੀ ਵਿਆਖਿਆ ਉਹ ਕੀਤੀ ਹੋਈ ਸੀ ਵੀ ਪੁਲਿਸ ਵਾਲਿਆਂ ਨੂੰ ਹਮੇਸ਼ਾ ਹੀ ਜਿਹੜਾ ਹੈਗਾ ਉਹ ਸਕੇਪਗੋਟ ਬਣਾਇਆ ਜਾਂਦਾ, ਤੇ ਇਸ ਕਰਕੇ ਤੁਸੀਂ ਇਹ ਸਕੇਪਗੋਟਸ ਬਣਨ ਤੋਂ ਪਿੱਛੇ ਹਟੋ, ਔਰ ਜਿਹੜਾ ਕੰਮ ਜਨਤਾ ਲਈ ਕਰਨ ਵਾਲਾ ਹੈ, ਜਿਹਦੇ ਲਈ ਤੁਸੀਂ ਹੈਗੇ ਹੋ, ਉਹੀ ਕੰਮ ਕਰੋ। ਬਹੁਤ ਵੱਡੀ, ਉਹਦੇ 'ਚ ਮੈਂ ਬਹੁਤੀ ਡਿਟੇਲ 'ਚ ਨਹੀਂ ਜਾਊਂਗਾ। ਮੈਂ ਇਹਦੇ ਵਿੱਚ ਸਾਰਾ ਜਿਹੜਾ ਮੈਸੇਜ ਸੀਗਾ, ਉਹ ਮੈਨੂੰ ਲੱਗਦਾ ਕਿ ਇਹ ਜਿਹੜੀ ਕਾਰਵਾਈ ਗੁਰਮੀਤ ਚੌਹਾਨ ਦੇ ਨਾਲ ਹੋਈ ਹੈ, ਮੈਨੂੰ ਲੱਗਦਾ ਕਿ ਉਸੇ ਸਿਲਸਿਲੇ ਤੋਂ ਨਿਕਲਿਆ ਹੋਇਆ ਹੈ। ਉਸੇ ਗਰੁੱਪ ਚੋਂ ਕਿਸੇ ਪੁਲਿਸ ਦੇ ਕਿਸੇ ਬੰਦੇ ਨੇ ਹੀ ਤਿਆਰ ਕੀਤਾ ਹੈ ਵੀ ਜੇ ਗੁਰਮੀਤ ਚੌਹਾਨ ਵਰਗੇ ਬੰਦੇ ਨਾਲ ਏਦਾਂ ਹੋ ਸਕਦਾ ਹੈ ਤਾਂ ਫਿਰ ਕਿਸੇ ਨਾਲ ਵੀ ਹੋ ਸਕਦਾ। ਤੁਸੀਂ ਠੀਕ ਕਹਿ ਰਹੇ ਹੋ। ਇਹ ਮੇਰੇ ਨਾਲ ਵੀ ਸਾਂਝਾ ਜ਼ਰੂਰ ਕਰਿਓ ਜੇ ਤੁਹਾਡੇ ਕੋਲ ਹੈ ਕੋਈ ਸਕਰੀਨਸ਼ਾਟ ਲਿਆ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਜਦੋਂ ਪੰਜਾਬ ਦੇ ਵਿੱਚ ਉਹ ਕਾਲੇ ਵਾਲੇ ਦੌਰ ਸੀ, ਜਦੋਂ ਖੜਕੂਵਾਦ ਦੀ ਹਨੇਰੀ ਸੀਗੀ ਔਰ ਅੱਤਵਾਦ ਦੇ ਨਾਂ ਤੇ ਸਰਕਾਰ ਵੱਲੋਂ, ਪੁਲਿਸ ਵੱਲੋਂ ਇੰਨੇ ਅਖਤਿਆਰਾਤ, ਇੰਨੇ ਹੱਕ ਹਾਸਲ ਕਰ ਲਏ ਗਏ ਸੀ, ਫਿਰ ਆਮ ਬੰਦੇ ਦੇ ਹੱਕ ਲਗਭਗ ਮਰ ਜਾਂਦੇ ਆ ਜਦੋਂ ਸਟੇਟ ਫਿਰ ਜ਼ਿਆਦਾ ਤਾਕਤਵਰ ਹੋ ਜਾਂਦੀ ਹੈ, ਜਦੋਂ ਕੋਈ ਸਟੇਟ ਪੁਲਿਸ ਸਟੇਟ ਬਣ ਜਾਂਦੀ ਹੈ। ਹੁਣ ਪੁਲਿਸ ਵਾਲੇ ਸਾਡੇ ਚੋਂ ਹੀ ਨੇ, ਮੇਰੇ, ਤੁਹਾਡੇ, ਆਪਣੇ ਭਰਾ, ਭਾਈ, ਰਿਸ਼ਤੇਦਾਰ, ਸੱਜਣ ਮਿੱਤਰ, ਉਹਨਾਂ ਨੂੰ ਵੀ ਇਹ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਕਿ ਇਸ ਸਟੇਟ ਵਿੱਚ ਤੁਸੀਂ ਅਸੀਂ ਸਾਰਿਆਂ ਰਲ ਕੇ ਰਹਿਣਾ ਹੈ। ਜੇਕਰ ਆਮ ਬੰਦੇ ਦੇ ਹੱਕ ਕੁਚਲੇ ਜਾਣਗੇ ਜਾਂ ਅਸੀਂ ਆਪਣੇ ਤਰੀਕੇ, ਹੁਣ ਮੈਂ ਦੇਖਦਾ ਹਾਂ ਕਿ ਜਦੋਂ ਅੱਤਵਾਦ ਸੀ ਤੇ ਉਸ ਤੋਂ ਬਾਅਦ ਬੇਅੰਤ ਸਿੰਘ ਗਵਰਨਮੈਂਟ ਸੀ, ਫਿਰ ਬਾਦਲ ਸਾਹਿਬ ਦੀ ਗਵਰਨਮੈਂਟ ਸੀ, ਮੈਂ ਇਹ ਕਹਿਣ 'ਚ ਕੋਈ ਅਤਕਦਰੀ ਨਹੀਂ ਸਮਝੂੰਗਾ ਕਿ ਹਰ ਸਰਕਾਰ ਨੇ ਪੁਲਿਸ ਨੂੰ ਵਰਤਿਆ। ਪੁਲਿਸ ਕਿਉਂ ਵਰਤੀ ਜਾ ਰਹੀ ਹੈ, ਮਤਲਬ ਪੁਲਿਸ ਹਰ ਵੇਲੇ ਟੂਲ ਕਿਉਂ ਬਣਦੀ ਹੈ? ਔਰ ਅੱਜ ਦੇ ਦਿਨ 'ਚ ਵੀ ਮੰਨ ਲਓ ਜੇ ਕੱਲ ਮਾਨਕ ਗੋਇਲ ਨੇ ਕੋਈ ਆਪਣਾ ਟਵੀਟ ਕੀਤਾ ਹੈ, ਹੁਣ ਜਿਹੜੀ ਜਾਣਕਾਰੀ ਦੇ ਬਾਰੇ 'ਚ ਸਾਰਾ ਮੀਡੀਆ ਕੂਕ ਕੇ ਕਹਿ ਰਿਹਾ ਕਿ ਤੁਸੀਂ ਟੈਂਡਰ ਫਲੋਟ ਕੀਤੇ ਆ ਤੇ ਟੈਂਡਰ ਦੇ ਵਿੱਚ ਅਗਲੇ ਬੰਦੇ ਨੇ ਉਹਦੀ ਸਕਰੀਨਸ਼ਾਟ ਪਾਤਾ, ਤਾਂ ਫਿਰ ਇਹ ਕਿਹੜੀ ਜਾਣਕਾਰੀ ਐਸੀ ਜਿਹੜੀ ਸਿਕਿਉਰਿਟੀ ਨਾਲ ਜੁੜੀ ਹੈ? ਪਰ ਨਹੀਂ, ਆਪਾਂ ਤਾਂ ਇਸੇ ਤਰੀਕੇ ਨਾਲ ਹੀ ਅੱਗੇ ਵਧਾਂਗੇ। ਸੋ ਜੇ ਇਹੀ ਮਾਮਲਾ ਦੂਜੇ ਐਂਗਲ ਤੋਂ ਵੇਖਿਆ ਜਾਵੇ, ਤਰਨਤਾਰਨ ਦੇ ਵਿੱਚ ਮਾਈਨਿੰਗ ਵਾਲੇ ਅੱਗੇ ਲੱਗੇ ਹੁੰਦੇ, ਪੁਲਿਸ ਪਿੱਛੇ ਲੱਗੀ ਹੁੰਦੀ, ਤਾਂ ਮੇਰੇ ਖਿਆਲ ਜ਼ਿਆਦਾ ਜਸਟੀਫਿਕੇਸ਼ਨ ਸੀ। ਪਰ ਜੇ ਪੁਲਿਸ ਨੇ ਗੈਰ ਕਾਨੂੰਨੀ ਕੰਮ ਹੁੰਦਾ ਫੜ ਲਿਆ, ਪਤਾ ਹੈ ਕਿ ਕਾਨੂੰਨਨ ਤੌਰ ਤੇ ਠੀਕ ਨਹੀਂ ਹੋ ਰਿਹਾ, ਜੇ ਪੁਲਿਸ ਨੇ ਫੜ ਲਿਆ ਵਿਭਾਗ ਦੀ ਗੈਰ ਹਾਜ਼ਰੀ 'ਚ, ਫੜ ਕੇ ਤੇ ਵਿਭਾਗ ਨੂੰ ਸੂਚਿਤ ਕਰਤਾ ਤੇ ਉਹ 'ਚ ਬੁਰਾਈ ਕੀ ਹੈ? ਤੇ ਫਿਰ ਤੁਸੀਂ ਪੂਰੇ ਦੇ ਪੂਰੇ ਸਿਸਟਮ ਨੂੰ ਬਦਲਣ ਲੱਗਿਆ ਇੱਕ ਪਲ ਨਹੀਂ ਸੋਚਿਆ ਕਿ ਇਹਦੀ ਜਾਂਚ ਕਰਾ ਕੇ ਜਿਹੜਾ ਦੋਸ਼ੀ ਉਹਨੂੰ ਸਜ਼ਾ ਲਾਓ। ਭਾਸਕਰ ਸਾਹਿਬ, ਕੱਲ ਇਸ ਗੱਲ ਦਾ ਵੀ ਰੌਲਾ ਸੀ ਕਿ ਵਿਭਾਗੀ ਜਾਂਚ ਵੀ ਹੋ ਰਹੀ, ਬੰਦੇ ਸਸਪੈਂਡ ਵੀ ਕੀਤੇ, ਬਦਲ ਵੀ ਦਿੱਤੇ, ਫਿਰ ਵੀ ਵਿਭਾਗੀ ਜਾਂਚ ਪੁਲਿਸ ਵਾਲਿਆਂ ਦੇ ਖਿਲਾਫ ਹੋ ਰਹੀ ਹੈ। ਤੇ ਗੱਲ ਤੋਰੋ। ਬਿਲਕੁਲ, ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਕਿਹਾ ਹੈ ਕਿ ਉਹ 3 ਪੇਜ ਦਾ ਲੈਟਰ ਔਰ ਪੁਲਿਸ ਦਾ ਮੋਰਲ ਡਾਊਨ ਹੈਗਾ। ਬਹੁਤ ਸਾਰੇ ਪੁਲਿਸ ਅਫਸਰਾਂ ਨਾਲ ਮੇਰੀ ਵੀ ਕੱਲ ਗੱਲ ਹੋਈ ਔਰ ਉਹਦੇ ਵਿੱਚ ਇਹ ਗੱਲ ਨਿਕਲ ਕੇ ਆਈ ਕਿ ਗੁਰਮੀਤ ਚੌਹਾਨ ਉਹਨਾਂ ਨੂੰ ਜਿਸ ਤਰੀਕੇ ਨਾਲ ਟ੍ਰਾਂਸਫਰ ਕੀਤਾ ਗਿਆ, ਔਰ ਇਸ ਤੋਂ ਪਹਿਲੇ ਅਫਸਰ ਨਹੀਂ ਹੈ ਜਿਨ੍ਹਾਂ ਨੇ ਇਲੀਗਲ ਮਾਈਨਿੰਗ ਦੇ ਖਿਲਾਫ ਐਕਸ਼ਨ ਲੈਣ ਤੋਂ ਬਾਅਦ ਬਜਾਏ ਕਿ ਉਹਨਾਂ ਨੂੰ ਕੋਈ ਇਨਾਮ ਦਿੱਤਾ ਜਾਏ, ਉਹਨਾਂ ਦੀ ਸ਼ਲਾਘਨਾ ਕੀਤੀ ਜਾਏ, ਤੇ ਉਹਨਾਂ ਦੀ ਟ੍ਰਾਂਸਫਰ ਹੋ ਜਾਂਦੀ ਹੈ। ਇਸ ਤੋਂ ਪਹਿਲੇ ਹੁਸ਼ਿਆਰਪੁਰ ਦੇ ਜਿਹੜੇ ਐਸਐਸਪੀ ਸੀਗੇ ਉਹ ਨਿੰਬਲੇ ਸਾਹਿਬ, ਉਹਨਾਂ ਦੀ ਵੀ ਟ੍ਰਾਂਸਫਰ ਇਸ ਕਰਕੇ ਕਰ ਦਿੱਤੀ ਗਈ ਸੀ, ਉਹਨਾਂ ਨੇ ਇਲੀਗਲ ਮਾਈਨਿੰਗ ਦੇ ਇੱਕ ਗੈਂਗ ਨੂੰ ਬਸਟ ਕੀਤਾ ਸੀਗਾ ਔਰ 1 ਕਰੋੜ 53 ਲੱਖ ਰੁਪਏ ਰਿਕਵਰ ਵੀ ਕੀਤੇ ਸੀਗੇ। ਔਰ ਉਸ ਤੋਂ ਬਾਅਦ ਉਹ ਉਹਨਾਂ ਦੀ ਪਹਿਲੀ ਟ੍ਰਾਂਸਫਰ ਨਹੀਂ ਸੀ, 18 ਵਾਰ ਜਦ ਦਾ ਉਹਨਾਂ ਦਾ ਕੈਰੀਅਰ ਸ਼ੁਰੂ ਹੋਇਆ ਸੀ 18 ਵਾਰ ਉਹਨਾਂ ਦੀ ਟ੍ਰਾਂਸਫਰ ਹੋਈ ਸੀ। ਪਰ ਇਸ ਟ੍ਰਾਂਸਫਰ ਦੇ ਪਿੱਛੇ ਉਹ ਰੇਡ ਮਾਰਨਾ ਔਰ ਇਲੀਗਲ ਮਾਈਨਿੰਗ ਦੇ ਗੈਂਗ ਨੂੰ ਬਸਟ ਕਰਨਾ ਇੱਕ ਰੀਜ਼ਨ ਦੱਸਿਆ ਜਾ ਰਿਹਾ ਸੀਗਾ। ਉਹਨਾਂ ਨੇ ਤੇ ਸੈਂਟਰ ਵਾਲਾ ਰੁਖ ਕਰ ਲਿਆ ਕਿ ਮੈਂ ਚਲਿਆ ਸੈਂਟਰ, ਮੈਂ ਪੰਜਾਬ ਪੁਲਿਸ ਦੇ ਵਿੱਚ ਨਹੀਂ ਰਹਿਣਾ, ਤੇ ਹੁਣ ਉਹ ਸੈਂਟਰ ਦੇ ਵਿੱਚ ਹੀ
ਡੈਪੂਟੇਸ਼ਨ ਦੇ ਉੱਤੇ ਗਏ ਹੋਏ ਨੇ। ਔਰ ਇਸ ਤੋਂ ਪਹਿਲੇ ਇਹੀ ਨਿੰਬਲੇ ਸਾਹਿਬ ਪਹਿਲੇ ਸੀਗੇ ਤਰਨਤਾਰਨ ਤੇ ਮੋਗੇ ਦੇ ਐਸਐਸਪੀ, ਤਦ ਵੀ ਉਹਨਾਂ ਦਾ ਟ੍ਰਾਂਸਫਰ, ਜਦ ਇਹ ਤਰਨਤਾਰਨ, ਮੋਗੇ ਔਰ ਹੁਸ਼ਿਆਰਪੁਰ ਦੇ ਐਸਐਸਪੀ ਸੀਗੇ, 100 ਤੋਂ ਵੱਧ FIR ਇਲੀਗਲ ਮਾਈਨਿੰਗ ਦੇ ਖਿਲਾਫ ਉਹਨਾਂ ਨੇ ਦਰਜ ਕੀਤੀ ਸੀ, ਔਰ ਉਸ ਤੋਂ ਬਾਅਦ ਉਹਨਾਂ ਦੀ ਹੋ ਗਈ ਸੀ ਟ੍ਰਾਂਸਫਰ। ਇਹ ਗੱਲ ਜਾ ਕਿਸ ਪਾਸੇ ਰਹੀ ਹੈ? ਹੁਣ ਇਲੀਗਲ ਮਾਈਨਿੰਗ ਦਾ ਰੈਕਟ ਫੜਨ ਤੋਂ ਬਾਅਦ ਗੁਰਮੀਤ ਸਿੰਘ ਚੌਹਾਨ ਉਹਨਾਂ ਦੀ ਟ੍ਰਾਂਸਫਰ ਹੋ ਜਾਣੀ। ਇਹ 3 ਪੇਜ ਦਾ ਲੈਟਰ ਵੀ ਇਹੀ ਕਹਿੰਦੇ ਨੇ। ਉਹ ਆਪਣੇ ਪੁਲਿਸ ਅਫਸਰਾਂ ਨੂੰ, ਹੁਣ ਆਪਣੇ ਇਸ ਕਰਕੇ ਕਹਿ ਰਹੇ ਆ ਕਿ ਲੱਗਦਾ ਹੈ ਕਿ ਕਿਸੇ ਪੁਲਿਸ ਅਫਸਰ ਨੇ ਇਹ ਲੈਟਰ ਲਿਖਿਆ, ਕਿਉਂਕਿ ਇਹ ਐਨੋਨਿਮਸ ਲੈਟਰ ਹੈਗਾ। ਉਹਦੇ ਵਿੱਚ ਕਹਿੰਦੇ ਨੇ ਕਿ ਵੀ ਆਊਟ ਆਫ ਦੀ ਵੇ ਜਾ ਕੇ ਤੁਸੀਂ ਰਿਜ਼ਲਟ ਅਚੀਵ ਕਰਨ ਵਾਸਤੇ ਕੁਝ ਵੀ ਨਾ ਕਰੋ, ਵਰਨਾ ਤੁਸੀਂ ਖੁਦ ਫਸ ਜਾਓਗੇ। ਜੋ ਗੁਰਮੀਤ ਸਿੰਘ ਚੌਹਾਨ ਉਹਨਾਂ ਦੇ ਮਾਮਲੇ 'ਚ ਹੋਇਆ ਜਾਂ ਹੋਰ ਮਾਮਲਿਆਂ ਦੇ ਵਿੱਚ ਹੋ ਰਿਹਾ। ਉਸ ਤੋਂ ਪਹਿਲੇ ਹਰਮਨਪ੍ਰੀਤ ਸਿੰਘ ਟਾਰਚਰ ਹੋਇਆ ਇੱਕ ਵਕੀਲ ਦਾ, ਔਰ ਉਸ ਤੋਂ ਬਾਅਦ ਹਰਮਨ ਸਿੰਘ ਉਹਨਾਂ ਨੂੰ ਟ੍ਰਾਂਸਫਰ ਕਰਤਾ, ਬਾਕੀਆਂ ਨੂੰ ਤੇ SP ਲੈਵਲ ਦੇ ਅਫਸਰਾਂ ਨੂੰ ਤੇ ਅਰੈਸਟ ਤੱਕ ਕਰ ਲਿਆ ਗਿਆ। ਔਰ ਹੁਣ ਗੁਰਮੀਤ ਸਿੰਘ ਚੌਹਾਨ ਤੋਂ ਇਲਾਵਾ ਬਹੁਤ ਸਾਰੇ ਇਦਾਂ ਦੇ SHO ਤੋਂ ਲੈਵਲ ਦੇ, ਜਿਹੜੇ ਇਹ ਵਾਲਾ ਕੇਸ ਹੈ ਗੁਰਮੀਤ ਸਿੰਘ ਚੌਹਾਨ ਦਾ, ਚੌਹਾਨ ਸਾਹਿਬ ਨੂੰ ਉਹਨਾਂ ਨੂੰ ਤਾਂ ਅਰੈਸਟ ਕੀਤਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਵਿਭਾਗੀਆ ਇਨਕੁਆਇਰੀ। ਇਹ SHO ਸੀਗੇ ਸੁਖਵੀਰ ਸਿੰਘ, CIA ਇੰਚਾਰਜ ਸੀਗੇ ਪ੍ਰਭਜੀਤ ਸਿੰਘ, ਸਬ ਇੰਸਪੈਕਟਰ ਸੀਗੇ ਸੁਰਜੀਤ ਸਿੰਘ, ASI ਸੀਗੇ ਪਵਨਦੀਪ ਸਿੰਘ ਤੇ ਹਰਦੀਪ ਸਿੰਘ। ਇਹਨਾਂ ਸਾਰਿਆਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਹੋ ਗਈ ਹੈ, ਔਰ ਜਿਹੜਾ ਉਹਨਾਂ ਦੀ ਇਨਕੁਆਇਰੀ ਵੀ ਕਰ ਰਹੇ ਨੇ SP ਹੈਡਕੁਆਟਰ ਤਰਨਤਾਰਨ ਮਨਿੰਦਰ ਸਿੰਘ। ਉਸ ਇਨਕੁਆਇਰੀ ਦੇ ਵਿੱਚ ਉਹਨਾਂ ਦੇ ਖਿਲਾਫ ਕੀ ਨਿਕਲੂਗਾ? ਕਿਉਂਕਿ ਤੁਸੀਂ ਇਹ ਰੇਡ ਕਿਉਂ ਪਾਈ? ਰੇਡ ਪਾਉਣ ਦੇ ਤੁਹਾਡੇ ਕੋਲ ਅਧਿਕਾਰ ਨਹੀਂ ਹੈਗੇ। ਜੇ ਰੇਡ ਮਾਰੀ ਸੀਗੀ ਤੇ ਉਹਦੇ ਵਿੱਚੋਂ ਫੜਿਆ ਕੀ? ਤੁਸੀਂ ਗਲਤ ਫੜਿਆ, ਠੀਕ ਫੜਿਆ? ਇਹ ਇਨਕੁਆਇਰੀ ਆਪਣੇ ਆਪ ਵਿੱਚ ਪੁਲਿਸ ਦਾ ਮੋਰਾਲ ਡਾਊਨ ਕਰਨ ਵਾਲੀ ਹੈਗੀ ਹੈ। ਹਾਲਾਂਕਿ ਪੁਲਿਸ ਦੀ ਕਾਰਗੁਜ਼ਾਰੀ ਇੰਨੀ ਵੀ ਚੰਗੀ ਨਹੀਂ ਕਿ ਜੇ ਅਸੀਂ ਪੁਲਿਸ ਨੂੰ ਹਰ ਮਾਮਲੇ ਦੇ ਵਿੱਚ ਕੋਈ ਰਾਹਤ ਦਈਏ, ਪਰ ਜਿਨ ਮਾਮਲਿਆਂ ਦੇ ਵਿੱਚ ਪੁਲਿਸ ਚੰਗਾ ਕੰਮ ਕਰ ਰਹੀ ਹੈ ਉੱਥੇ ਇਨਾਮ ਦੇਣ ਦੀ ਬਜਾਏ ਤੁਸੀਂ ਉਹਨਾਂ ਦੇ ਖਿਲਾਫ ਹੀ ਐਕਸ਼ਨ ਲਓਗੇ, ਤੇ ਫਿਰ ਮੋਰਾਲ ਪੁਲਿਸ ਦਾ ਡਾਊਨ ਕਿਉਂ ਨਹੀਂ ਹੋਏਗਾ? ਸਵਾਲ ਇਸ ਗੱਲ ਦਾ ਨਹੀਂ ਹੈ ਕਿ ਪੁਲਿਸ ਦੀ ਸਪੋਰਟ ਦਾ ਮਾਮਲਾ ਹੈ, ਮਾਮਲਾ ਮਾਈਨਿੰਗ ਦਾ ਹੈ। ਮਾਈਨਿੰਗ ਇੱਕ ਐਸਾ ਭਖਵਾ ਇਸ਼ੂ ਆ ਜਿਹਨੇ 2-3 ਸਰਕਾਰਾਂ ਤੋਂ ਫਨ ਚੱਕੀ ਹੋਈ ਆ ਕਿ ਇਹੀ ਪੋਲੀਟੀਸ਼ੀਅਨ ਲਈ ਸਭ ਤੋਂ ਵੱਡਾ ਸੋਰਸ ਆਫ ਇਨਕਮ ਬਣਿਆ ਪਿਆ, 2 ਨੰਬਰ ਦੀ ਕਮਾਈ ਲਈ। ਔਰ ਇਹ ਸ਼ੁਰੂ ਹੁੰਦਾ ਹੈ ਅਕਾਲੀ ਗਵਰਨਮੈਂਟ ਵੇਲੇ, ਜਦੋਂ ਪਠਾਨਕੋਟ ਵਾਲੇ ਪਾਸੇ ਰੌਲੇ ਪੈਂਦੇ ਸੀ ਵੀ ਇਹ ਕਿਹੜੇ ਦੇ ਪੇਪਰ ਕਿੰਨੇ ਕਿਹਦੇ ਚੱਲਦੇ। ਹੁਣ ਇਹ ਮਾਮਲਾ ਏਡਾ ਵੱਡਾ ਹੋ ਗਿਆ, ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਦੇ ਖਿਲਾਫ, ਆਪਣੇ MLAs ਦੇ ਖਿਲਾਫ ਡੋਜ਼ੀਅਰ ਬਣਾਈ ਫਿਰਦੇ ਸੀ। ਰੋਕਣ ਦੀ ਬਜਾਏ ਬੰਦਾ ਬੈਠ ਕੇ ਡੋਜ਼ੀਅਰ ਬਣਾ ਰਿਹਾ। ਤਾਂ ਹੀ ਤਾਂ ਹੁਣ ਇਕੱਲੇ ਮਹਿਲ 'ਚ ਬੈਠੇ ਹੁੰਦੇ ਆ। ਖੈਰ ਚਲੋ ਆਪਾਂ ਉਸ ਗੱਲ ਤੇ ਨਹੀਂ ਜਾਂਦੇ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜੇ ਗਲਤ ਕੀਤਾ ਤੇ ਪੁਲਿਸ ਕਟਹਿਰੇ 'ਚ ਖੜੇ ਕਰੋ, ਉਹਦੇ ਖਿਲਾਫ ਪਰਚਾ ਕਰੋ। ਜੇ ਪੁਲਿਸ ਨੇ ਠੀਕ ਕੀਤਾ ਤਾਂ ਫਿਰ ਜਿਹੜਾ MLA ਦਾ ਰਿਸ਼ਤੇਦਾਰ ਆ ਉਹ ਕਟਹਿਰੇ 'ਚ ਹੋਣਾ ਚਾਹੀਦਾ ਸੀ। ਸਾਰੀ ਇਹ ਜਿੰਨੀ ਪੁਲਿਸ ਦੀ ਸਾਰੀ ਜਿੰਨੇ ਵੀ ਲੋਕ ਸ਼ਾਮਲ ਸੀ ਉਹਨਾਂ ਦੀਆਂ ਟ੍ਰਾਂਸਫਰਸ ਤੇ ਉਹਨਾਂ ਦੀ ਸਸਪੈਂਸ਼ਨ ਨਹੀਂ ਬਣਦੀ। ਸੋ ਖੈਰ ਆਪਾਂ ਇਹਨੂੰ ਛੱਡਦੇ ਹਾਂ। ਮੈਂ ਇੰਦਰਪ੍ਰੀਤ ਜੀ ਪੁਲਿਸ ਤੇ ਹੀ ਆਇਆ ਤੇ ਪੁਲਿਸ ਤੋਂ ਆਪਣਾ ਪੁਰਾਣੇ DGP ਸਾਹਿਬ ਦਾ ਹਿਸਾਬ ਕਿਤਾਬ ਵੀ ਜ਼ਰੂਰ ਕਰ ਦਿਓ। ਸਿਧਾਰਥ ਚੱਟੋਪਾਧਿਆਏ ਸਾਹਿਬ ਉਹ ਹਾਈ ਕੋਰਟ ਚਲੇ ਗਏ ਨੇ। ਹੁਣ DGP ਨੂੰ ਵੀ ਡਰ ਹੈ ਆਪਣੀ ਪੁਲਿਸ ਤੋਂ ਫੜ ਨਾ ਲੈਣ। ਇਹ ਫੜੋ ਫੜਾਈ ਦਾ ਬੜਾ ਪੰਗਾ ਯਾਰ, ਕੀ ਕਰੀਏ। ਰੰਧਾਵਾ ਸਾਹਿਬ ਚਲੋ ਇਸ ਤੇ ਕੋਈ ਜ਼ਿਆਦਾ ਲੰਬੀ ਵਾਲੀ ਇਸ 'ਚ ਗੱਲ ਨਹੀਂ ਹੈ। ਆਪਾਂ ਪਹਿਲਾਂ ਦੇਖਿਆ ਸੀ ਪਿੱਛੇ ਜੇ ਡਰੱਗਸ ਦੀ ਜਦੋਂ ਦੇ ਉੱਤੇ ਸੁਣਵਾਈ ਹੋਈ ਸੀ, ਤੇ ਜਦੋਂ ਇੱਕ ਡਰੱਗਸ ਵਾਲੀ ਚੌਥੀ ਜਿਹੜੀ ਰਿਪੋਰਟ ਸੀ ਉਹ ਬੰਦ ਕਰਤੀ ਸੀ, ਤੇ ਲੇਕਿਨ DS ਚੱਟੋਪਾਧਿਆਏ ਦੇ ਖਿਲਾਫ ਮਤਲਬ ਕਾਰਵਾਈ ਕਰਨ ਲਈ ਤਾਂ ਜ਼ਰੂਰ ਕਿਹਾ ਸੀ ਉਹਨਾਂ ਨੇ। ਉਸ ਤੋਂ ਬਾਅਦ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਮੇਰੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ, ਅਗਰ ਪੁਲਿਸ ਨੇ ਕਰਨੀ ਚਾਹੀ ਤਾਂ ਹੋ ਸਕਦੀ ਹੈ। ਇਸੇ ਕਰਕੇ ਕੱਲ ਉਹ ਇੰਦਰਪ੍ਰੀਤ ਚੱਡਾ ਵਾਲਾ ਜਿਹੜਾ ਮਾਮਲਾ ਚੱਲ ਰਿਹਾ, ਸੁਸਾਈਡ ਵਾਲਾ ਮਾਮਲਾ, ਉਹਦੇ ਵਿੱਚ ਉਹਨਾਂ ਨੇ ਆਪਣੀ ਜ਼ਮਾਨਤ ਵਾਸਤੇ ਕੱਲ ਯਾਚਿਕਾ ਦਾਇਰ ਕਰਤੀ ਹੈ, ਜਿਹਦੀ ਜਿਹੜੀ ਸੁਣਵਾਈ ਹੈਗੀ ਆ ਉਹ 4 ਅਕਤੂਬਰ ਨੂੰ ਹੋਣੀ ਹੈ ਜੀ। ਪਰ ਮੈਨੂੰ ਇਹਦੀ ਅਗਲੀ ਖਬਰ ਤੇ ਜ਼ਰੂਰ ਲੈ ਜਾਓ। ਕੱਲ ਪੰਜਾਬ ਨਾਲ ਜੁੜਿਆ ਮੁੱਦਾ ਕੈਨੇਡਾ ਇੰਡੀਆ ਰਿਲੇਸ਼ਨਸ, ਉਹਦੇ ਉੱਤੇ ਕਾਫੀ ਕੁਝ ਨਵਾਂ, ਉਹ ਜ਼ਰੂਰ ਇੱਕ ਵਾਰੀ ਝਾਤੀ ਪਾਓ ਜ਼ਰਾ ਕਿ ਜਸਟਨ ਟਰੂਡੋ ਦਾ ਮਨ ਬਦਲ ਗਿਆ। ਹੁਣ ਉਹ ਕਹਿੰਦੇ ਭਾਰਤ ਬੜੀ ਵੱਡੀ ਆਰਥਿਕ ਤਾਕਤ ਉੱਭਰ ਰਿਹਾ ਬਣ ਕੇ, ਤੇ ਆਪਾਂ ਇਹਨਾਂ ਨਾਲ ਸੰਬੰਧ ਠੀਕ ਰੱਖਣੇ ਆ। ਸਾਡੇ ਵਿਦੇਸ਼ ਮੰਤਰੀ ਉੱਥੇ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਉਹਨੂੰ ਮਿਲਦੇ ਨੇ, ਉਹ ਆਪਣੇ ਕੰਸਰਨ ਕਾਫੀ ਦੱਸ ਰਹੇ ਆ, ਬੜਾ ਠੋਕ ਵਜਾ ਕੇ ਉੱਥੇ ਗੱਲ ਰੱਖ ਰਹੇ ਆ। ਇਹਨਾਂ ਦੋਨਾਂ ਗੱਲਾਂ ਦੇ ਵਿੱਚ ਵਿਚਾਲੇ ਕੀ ਆ, ਕੀ ਕਹਿੰਦੇ ਹੁੰਦੇ ਆ, ਬਿਟਵੀਨ ਦਾ ਲਾਈਨਸ। ਰੰਧਾਵਾ ਸਾਹਿਬ 2 ਗੱਲ ਪ੍ਰੋਗਰਾਮ ਸੀ ਕੱਲ। ਇੱਕ ਤਾਂ ਉਹਨਾਂ ਜੈ ਸ਼ੰਕਰ ਹੋਣੀ ਮਿਨਿਸਟਰ ਨੂੰ ਮਿਲਣੇ ਅਮਰੀਕਾ ਲਈ, ਔਰ ਦੂਜਾ ਜਿਹੜਾ ਹੈਗਾ ਉਹ ਇੱਕ ਥਿੰਕ ਟੈਂਕ ਹੈ ਉਹਨਾਂ ਦਾ, ਕੋਈ ਸੈਮੀਨਾਰ ਸੀ, ਉਹਦੇ ਵਿੱਚ ਵੀ ਉਹ ਬੋਲਿਆ। ਔਰ ਜਿਸ ਕਿਸਮ ਦਾ ਉਹਨਾਂ ਨੇ ਸਟੈਂਡ ਲਿੱਤਾ, ਉਹ ਸਟੈਂਡ ਨੂੰ ਦੇਖ ਕੇ ਜਿੱਥੇ ਬਹੁਤ ਹੈਰਾਨੀ ਵੀ ਹੁੰਦੀ ਹੈ ਕਿ ਇੰਡੀਆ ਨੇ ਇੰਨਾ ਸਖਤ ਸਟੈਂਡ ਕਿਵੇਂ ਲਿੱਤਾ ਹੈ, ਉਹ ਵੀ ਕੈਨੇਡਾ ਵਰਗੇ ਦੇਸ਼ ਦੇ ਪ੍ਰਤੀ।
ਅੱਗੇ ਜਿਹੜੀਆਂ ਸ਼ਿਕਾਇਤਾਂ ਜਾਂ ਜਿਸ ਕਿਸਮ ਦੀਆਂ ਉਹਨਾਂ ਨੂੰ ਉਹ ਰਹਿੰਦੀਆਂ ਸੀਗੀਆਂ, ਉਹ ਰਹਿੰਦੀਆਂ ਸੀ ਪਾਕਿਸਤਾਨ ਦੇ ਪ੍ਰਤੀ, ਕਿ ਪਾਕਿਸਤਾਨ ਜਿਹੜਾ ਹੈਗਾ ਉਹ ਅੱਤਵਾਦ ਨੂੰ ਸ਼ਹਿ ਦੇ ਰਿਹਾ, ਪਾਕਿਸਤਾਨ ਉੱਤੇ ਡਰੱਗਸ ਭੇਜ ਰਿਹਾ, ਸਾਰਾ ਕੁਝ ਉਹਨਾਂ ਦੇ ਉੱਤੇ ਪੈਣਾ। ਪਰ ਕੱਲ ਇਹੀ ਸਾਰਾ ਕੁਝ ਉਹਨਾਂ ਨੇ ਕੈਨੇਡਾ ਦੇ ਉੱਤੇ ਕਿਹਾ। ਕੱਲ ਉਹਨਾਂ ਨੇ ਬੋਲਦੇ ਹੋਏ ਉੱਥੇ ਕਿਹਾ ਵੀ ਕੈਨੇਡਾ ਜਿਹੜਾ ਹੈਗਾ ਉਹ ਆਤੰਕੀਆਂ ਨੂੰ ਤੇ ਗੈਂਗਸਟਰਾਂ ਦੀ ਪਨਾਹਗਾਰ ਬਣਦਾ ਜਾ ਰਿਹਾ। ਸੋ ਇਹ ਬੜਾ ਵੱਡਾ ਆਰੋਪ ਹੈ। ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਉਹਨਾਂ ਕੋਲੇ ਸਾਡੇ ਪ੍ਰਤੀ ਕੋਈ ਸਬੂਤ ਹੈਗੇ ਆ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਦੇ ਵਿੱਚ, ਤਾਂ ਉਹ ਸਾਡੇ ਨਾਲ ਸ਼ੇਅਰ ਕਰਨ। ਬਗੈਰ ਸਬੂਤ ਦਿੱਤੇ ਕਿਸੇ ਵੱਡੇ ਇੰਨੇ ਲੋਕਤਾਂਤਰਿਕ ਕੰਟਰੀ ਦੇ ਉੱਪਰ ਆਰੋਪ ਲਗਾਉਣਾ ਠੀਕ ਨਹੀਂ, ਕਿਉਂਕਿ ਸਾਡੀ ਇਹ ਕੋਈ ਨੀਤੀ ਨਹੀਂ ਹੈ ਕਿ ਅਸੀਂ ਕਿਸੇ ਕੰਟਰੀ ਦੇ ਵਿੱਚ ਜਾ ਕੇ ਕਿਸੇ ਬੰਦੇ ਨੂੰ ਮਾਰਦੇ ਫਿਰੀਏ। ਸੋ ਇੱਕ ਤਾਂ ਇਹ, ਪਰ ਨਾਲ ਦੀ ਨਾਲ ਜਿਹੜਾ ਸਟੈਂਡ ਉਹ ਪਿਛਲੇ ਹੁਣ ਕਈ ਦਿਨਾਂ ਤੋਂ ਲੈਂਦੇ ਆ ਰਹੇ ਨੇ, ਜਿਵੇਂ ਉਹਨਾਂ ਨੇ ਵੀਜ਼ੇ ਬੰਦ ਕੀਤੇ ਕੈਨੇਡਾ ਦੇ, ਕੱਲ ਹੁਣ ਐਮਰਜੈਂਸੀ ਵੀਜ਼ਾ ਵੀ ਬੰਦ ਕਰਤਾ ਹੈ, ਤੇ ਹੁਣ ਜਿਹੜਾ ਸਟੈਂਡ ਇਹ ਹੋ ਗਿਆ, ਤੇ ਮੈਨੂੰ ਲੱਗਦਾ ਵੀ ਉੱਥੇ ਦੇ ਜਿਹੜੇ ਲੋਕ ਨੇ ਸ਼ਾਇਦ ਉਹਨਾਂ ਦਾ ਵੀ ਟਰੂਡੋ ਗਵਰਨਮੈਂਟ ਦੇ ਉੱਤੇ ਇਹ ਦਬਾਅ ਵੱਧਦਾ ਜਾ ਰਿਹਾ ਵੀ ਇਹ ਤੁਸੀਂ ਕਿੱਧਰਲੇ ਪਾਸੇ ਚਲੇ ਗਏ। ਸੋ ਇਸੇ ਕਰਕੇ ਹੀ ਜਿਹੜਾ ਹੈਗਾ ਉਹ ਐਕਚੁਅਲੀ ਦਬਾਅ ਤਾਂ ਲੋਕਾਂ ਦਾ ਮੈਨੂੰ ਲੱਗਦਾ ਘੱਟ ਹੁੰਦਾ। ਐਕਚੁਅਲੀ ਦਾ ਦਬਾਅ ਜਿਹੜਾ ਹੁੰਦਾ ਉਹ ਹੁੰਦਾ ਕਾਰਪੋਰੇਟਸ ਘਰਾਣਿਆਂ ਦਾ, ਕਿਉਂਕਿ ਜਿਹੜੀਆਂ ਕੈਨੇਡਾ ਦੀਆਂ ਵੀ ਵੱਡੀਆਂ ਕੰਪਨੀਆਂ ਹੈਗੀਆਂ ਨੇ ਜਿਹੜਾ ਸਾਡੇ ਨਾਲ ਬਿਜ਼ਨਸ ਕਰਦੀਆਂ ਨੇ, 4 ਮਿਲੀਅਨ ਡਾਲਰ ਦਾ ਜਿਹੜਾ ਸਾਡੇ ਕੋਲ ਇੱਥੇ ਉਹਨਾਂ ਦਾ 4.10 ਮਿਲੀਅਨ ਡਾਲਰ ਦਾ ਇੱਥੇ ਸਾਡੇ ਉਹਨਾਂ ਦਾ ਟਰਨਓਵਰ ਹੈ, ਮਤਲਬ ਨਿਰਯਾਤ ਕਰਦੇ ਸਾਨੂੰ ਤੇ ਆਯਾਤ ਵੀ ਕਰਦੇ। ਇਹ ਯਾਨੀ ਦੋਨੋਂ ਪਾਸੋਂ ਹੈ, ਦੋਨੋਂ ਪਾਸੋਂ ਬਰਾਬਰ ਹੈ। 8-10 ਮਿਲੀਅਨ ਡਾਲਰ ਅਗਰ ਦਾ ਕਾਰੋਬਾਰ ਹੋਵੇ ਔਰ ਉਹ ਇਸ ਤਰ੍ਹਾਂ ਪ੍ਰਭਾਵਿਤ ਹੋ ਜਾਏ, ਤਾਂ ਮੈਨੂੰ ਲੱਗਦਾ ਕਿ ਵੱਡੇ ਕਾਰਪੋਰੇਟ ਘਰਾਣੇ ਸਰਕਾਰਾਂ ਨੂੰ ਛੋੜਦੇ ਨਹੀਂ ਹੈ, ਸਰਕਾਰਾਂ ਦੇ ਉੱਤੇ ਦਬਾਅ ਤਾਂ ਬਹੁਤ ਬਣਾਉਂਦੇ ਆ। ਸ਼ਾਇਦ ਇਹੀ ਕਾਰਨ ਹੈ ਕਿ ਜਿਹੜਾ ਟਰੂਡੋ ਸਾਹਿਬ ਦਾ ਜਿਹੜਾ ਬਿਆਨ ਆਇਆ, ਮੈਨੂੰ ਉਹ ਲੱਗਦਾ ਵੀ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਇੰਡੀਆ ਇੱਕ ਵੱਡੀ ਆਰਥਿਕ ਸ਼ਕਤੀ ਬਣਦਾ ਜਾ ਰਿਹਾ ਹੈ ਤੇ ਅਸੀਂ ਉਹਨਾਂ ਨਾਲ ਰਿਸ਼ਤੇ ਵਿਗਾੜਨਾ ਨਹੀਂ ਚਾਹਾਂਗੇ, ਅਸੀਂ ਆਪਣੇ ਰਿਸ਼ਤੇ ਜਿਹੜੇ ਉਹਨਾਂ ਨਾਲ ਪ੍ਰਗਾੜ ਕਰਨੇ ਚਾਹਾਂਗੇ। ਮੈਨੂੰ ਲੱਗਦਾ ਕਿ ਇਹ ਉਸੇ ਦਬਾਅ ਦੇ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ। ਜੀ, ਮੈਂ ਭਾਸਕਰ ਸਾਹਿਬ, ਖਬਰਾਂ ਤਾਂ ਹੋਰ ਨੇ, ਪਰ ਮੈਂ ਇੱਕ ਖਬਰ ਜਿਹੜੀ ਕੱਲ ਦੀ ਚੱਲੀ ਜਾਂਦੀ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ, ਸੁਮੇਧ ਸੈਣੀ ਨੂੰ, ਉਮਰਾ ਨੰਗਲ ਨੂੰ ਜ਼ਮਾਨਤ ਮਿਲੀ ਹੈ ਬੇਅਦਬੀ ਮਾਮਲਿਆਂ ਨਾਲ ਸੰਬੰਧਿਤ ਜਿਹੜੀਆਂ ਚਾਰਜ ਸ਼ੀਟ ਦਾਖਲ ਹੋਈਆਂ ਨੇ। ਕੋਈ ਗ੍ਰਿਫਤਾਰੀ ਦਾ ਡਰ ਸੀ? ਇਹਨੂੰ ਕਿਵੇਂ ਦੇਖਿਆ ਤੁਸੀਂ ਸਾਰੇ ਨੂੰ? ਦੇਖੋ, ਜਿਸ ਤਰੀਕੇ ਨਾਲ ਸੁਖਰਾਜ ਉਹਨਾਂ ਨੇ ਇਹ ਕਿਹਾ ਸੀਗਾ ਕਿ 12 ਅਕਤੂਬਰ ਤੋਂ ਉਹ ਮਰਨ ਵਰਤ ਤੇ ਜਾ ਰਹੇ ਨੇ, ਉਸ ਤੋਂ ਠੀਕ ਇੱਕ ਦਿਨ ਬਾਅਦ ਤਕਰੀਬਨ ਉਹ ਪੁਲਿਸ ਅਫਸਰ ਵੀ ਸੀਗੇ, ਸੁਖਬੀਰ ਸਿੰਘ ਬਾਦਲ ਵੀ ਸੀਗੇ, ਪ੍ਰਕਾਸ਼ ਸਿੰਘ ਬਾਦਲ ਤਾਂ ਚਲੋ ਨਹੀਂ ਰਹੇ, ਹੁਣ ਸਾਰਿਆਂ ਨੂੰ ਬੇਲ ਮਿਲ ਗਈ, ਅਮਰ ਸਿੰਘ ਚਾਲ ਤੋਂ ਲੈ ਕੇ ਉਮਰਾ ਨੰਗਲ ਸਾਹਿਬ ਤੱਕ। ਹੁਣ ਇਹ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ, ਬੇਲ ਮਿਲਣ ਤੋਂ ਬਾਅਦ ਹਜੇ ਤੱਕ ਜਿੰਨੀ ਵੀ ਇਨਵੈਸਟੀਗੇਸ਼ਨ ਤੁਰੀ ਹੈ ਉਹ ਕਿਸੇ ਸਿੱਟੇ ਤੱਕ ਨਹੀਂ ਪਹੁੰਚੀ। LK ਯਾਦਵ ਉਹਨਾਂ ਦੀ ਜਿਹੜੀ SIT ਸੀ, ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕਰਤੀ ਸੀ, ਪਰ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਵੀ ਹਜੇ ਤੱਕ ਕਿਸੇ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਲਿੱਤੀ ਗਈ ਔਰ ਨੌਨੀਹਾਲ ਸਿੰਘ ਉਹਨਾਂ ਦੀ ਰਿਪੋਰਟ ਤੇ ਹਜੇ ਤੱਕ ਸਬਮਿਟ ਹੀ ਨਹੀਂ ਹੋਈ। ਕੱਲ ਉਹਨਾਂ ਨੂੰ ਇੱਕ ਰਾਹਤ ਮਿਲੀ ਔਰ ਵਾਕਈ ਇਸ ਰਾਹਤ ਨੂੰ ਰਾਹਤ ਦੇ ਤਰੀਕੇ ਨਾਲ ਦੇਖਿਆ ਵੀ ਜਾ ਸਕਦਾ ਹੈ, ਕਿਉਂਕਿ ਫਰੀਦਕੋਟ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਪਹਿਲੇ ਨਹੀਂ ਮਿਲੀ ਸੀ। ਇੰਦਰਪ੍ਰੀਤ ਜੀ, ਲਾਸਟ ਵਿੱਚ ਕਿਸਾਨਾਂ ਦਾ ਧਰਨਾ, ਅੱਜ ਮੈਨੂੰ ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਦੇ ਇੰਚਾਰਜ ਨੇ, ਬੜੇ ਗੁਰਸਿੱਖ ਵਿਅਕਤੀ ਨੇ, ਉਹਨਾਂ ਦਾ ਸਵੇਰੇ ਫੋਨ ਕਾਲ ਆ ਰਹੀ ਸੀ, ਖਹਿਰਾ ਸਾਹਿਬ। ਉਹ ਮੈਨੂੰ ਪੁੱਛ ਰਹੇ ਸੀਗੇ ਕਿ ਅਸੀਂ ਤਾਂ ਡਿਊਟੀ ਕਰਦੇ ਹੀ ਹਾਂ ਜੀ, ਸਾਨੂੰ ਕੋਈ ਇਤਰਾਜ਼ ਨਹੀਂ, ਸਾਡੀ ਤਾਂ ਡਿਊਟੀ ਜਿੱਥੇ ਵੀ ਹੋਵੇ ਅਸੀਂ ਤਾਂ ਰੈਡੀ ਰਹਿੰਦੇ ਹਰ ਵੇਲੇ ਔਰ ਸਮੇਂ ਤੋਂ ਪਹਿਲਾਂ ਰਹਿੰਦੇ ਆ। ਪਰ ਜਿਹੜੀ ਸੰਗਤ ਆਉਂਦੀ ਆ ਸ਼ਨੀ ਐਤਵਾਰ ਦਰਬਾਰ ਸਾਹਿਬ ਨੂੰ, ਜਦੋਂ ਕਿਸਾਨੀ ਧਰਨੇ ਰੇਲਾਂ ਰੋਕੀਆਂ ਜਾਂਦੀਆਂ ਨੇ, ਤਾਂ ਉਹਨਾਂ ਦੇ ਵਿੱਚੋਂ ਬੜੇ ਲੋਕ ਆਣ ਕੇ ਇਹ ਜ਼ਰੂਰ ਗਿਲਾ ਕਰਦੇ ਆ, ਜਿਹੜੇ ਬੜੇ ਖੱਜਲ ਖਰਾਬ ਵੀ ਹੁੰਦੇ ਨੇ। ਕਈ ਲੋਕ ਐਸੇ ਨੇ ਜਿਨ੍ਹਾਂ ਨੇ ਨੇਮ ਹੀ ਬਣਾਇਆ ਹੋਇਆ ਕਿ ਇੱਕ ਦਿਨ ਦਰਬਾਰ ਸਾਹਿਬ 'ਚ ਸੇਵਾ ਕਰਕੇ ਆਓ, ਕੀਰਤਨ ਸੁਣ ਕੇ ਆਓ, ਲੰਗਰ ਦੀ ਸੇਵਾ ਕਰਕੇ ਆਓ, ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਹੈ। ਤੇ ਵੈਸੇ ਆਮ ਪਬਲਿਕ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਹੈ ਇੰਦਰਪ੍ਰੀਤ ਜੀ। ਦੇਖਿਆ ਜਾਵੇ, ਕਿਸਾਨੀ ਅੰਦੋਲਨ ਨੂੰ ਅਸੀਂ ਸਿਰਿਓਂ ਖਾਰਜ ਨਹੀਂ ਕਰ ਸਕਦੇ। ਕਿਸਾਨਾਂ ਦੀਆਂ ਬੜੀਆਂ ਲੰਬਿਤ ਸਮੱਸਿਆਵਾਂ ਨੇ, ਬੜੇ ਪੁਰਾਣੇ ਸਮੇਂ ਤੋਂ ਪੈਂਡਿੰਗ ਚੱਲੀਆਂ ਆਉਂਦੀਆਂ, ਸਰਕਾਰਾਂ ਕਿੱਥੇ ਧਿਆਨ ਕਰਦੀਆਂ ਨੇ ਜਿੰਨਾ ਚਿਰ ਬਾਂਹ ਨਾ ਮਰੋੜੀ ਜਾਵੇ। ਤਾਕਤਵਰ ਜਥੇਬੰਦੀਆਂ ਆਪਣੀ ਗੱਲ ਮਨਾ ਲੈਂਦੀਆਂ, ਪਰ ਬਾਰ-ਬਾਰ ਇੱਕ ਤੋਂ ਬਾਅਦ ਇੱਕੋ ਵਾਰੀ ਤੁਸੀਂ ਵੀ ਨਿਠਵੀਂ ਲੜਾਈ ਲੜ ਲਓ ਜਿੱਦਾਂ ਉੱਥੇ ਦਿੱਲੀ 'ਚ ਲੜੀ ਸੀ। ਜੇ ਦੁਬਾਰਾ ਲੜਨੀ ਤੇ ਇਕੱਠੇ ਹੋ ਕੇ ਸਾਰੇ ਪੂਰੇ ਪੰਜਾਬ ਦੇ ਵਿੱਚ ਜਾਂ ਉੱਤਰੀ ਭਾਰਤ ਵਿੱਚ ਜਿੰਨੀਆਂ ਤੁਹਾਡੀਆਂ ਜਥੇਬੰਦੀਆਂ ਇਹ ਕਾਮਰਾਏ ਬਣਾ ਕੇ ਤੇ ਕੋਈ ਵੱਡਾ ਮੋਰਚਾ ਲਾ ਲਓ, ਲੋਕਾਂ ਨੂੰ ਵੀ ਪਤਾ ਹੋਵੇ। ਲੇਕਿਨ ਬਾਰ-ਬਾਰ ਜਾ ਕੇ ਰੇਲ ਰੋਕ ਦੇਣੀ, ਬਾਕੀ ਚੀਜ਼ਾਂ, ਇਹ ਲੋਕ ਹੁਣ ਸਾਨੂੰ ਸਵਾਲ ਪੁੱਛ ਰਹੇ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਉਠਾਓ, ਜੇ ਤੁਹਾਡੇ ਕੋਲ ਪਲੇਟਫਾਰਮ ਨੇ ਤੁਸੀਂ ਉਠਾਓ ਇਹਨਾਂ।
ਰੰਧਾਵਾ ਸਾਹਿਬ, ਜਿਹੜੀ ਗੱਲ ਖਹਿਰਾ ਸਾਹਿਬ ਨੇ ਕਹੀ ਹੈ, ਮੈਂ ਤੁਹਾਨੂੰ ਉਹਦਾ ਇੱਕ ਬਹੁਤ ਤਾਜ਼ਾ ਉਦਾਹਰਣ ਦੇ ਦੇਣਾ ਕਿ ਕਾਨਪੁਰ ਤੋਂ ਮੇਰੇ ਜਿਹੜੇ ਤਾਏ ਦੇ ਬੇਟੇ ਆ, ਉਹ ਇੱਕ ਵੱਡੇ ਮਤਲਬ ਡੈਲੀਗੇਸ਼ਨ ਹੁੰਦਾ ਕਹਿ ਲਓ ਕਿ ਵੱਡੇ ਯਾਤਰੂਆਂ ਦਾ ਇੱਕ ਜੱਥਾ ਲੈ ਕੇ ਇੱਥੇ ਆਏ ਹੋਏ ਆ। ਜਿਸ ਦਿਨ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ, ਉਸ ਤੋਂ ਠੀਕ ਇੱਕ ਰਾਤ ਪਹਿਲਾਂ ਉਹ ਇੱਥੇ ਪਹੁੰਚ ਗਏ ਹੈ ਤੇ ਇੱਥੇ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਦਰਸ਼ਨ ਕਰ ਰਹੇ ਆ। ਅੱਜ ਕੱਲ ਉਹ ਅਨੰਦਪੁਰ ਸਾਹਿਬ ਸੀ ਤੇ ਹੋਰ ਇੱਧਰ ਉੱਧਰ ਜਾਣਾ। ਹੁਣ ਉਹਨਾਂ ਨੂੰ ਇਹ ਸਾਰੇ ਦੇ 30 ਬੰਦਿਆਂ ਨੂੰ ਇਹ ਫਿਕਰ ਲੱਗੀ ਹੋਈ ਹੈ ਕਿ ਜਿਹੜੀ ਪਰਸੋਂ ਉਹਨਾਂ ਦੀ ਵਾਪਸੀ ਦੀ ਟਿਕਟਾਂ ਸੀਗੀਆਂ, ਉਹਨਾਂ ਦਾ ਕੀ ਹੋਊਗਾ, ਕਿਉਂਕਿ ਉਹ ਟ੍ਰੇਨਾਂ ਤਾਂ ਰੱਦ ਹੋ ਗਈਆਂ ਨੇ। ਤੇ ਹੁਣ ਕਾਨਪੁਰ ਕੋਈ ਨੇੜੇ ਤੇੜੇ ਵੀ ਨਹੀਂ ਹੈ ਕਿ ਬੰਦਾ ਬੱਸ ਤੇ ਬੈਠੇ ਤੇ ਚਲਾ ਜਾਏ, ਤੇ ਉਹ ਕਿਵੇਂ ਜਾਣਗੇ? ਇਹ ਸਾਰਿਆਂ ਦੀ ਫਿਕਰ ਉਹਨਾਂ ਦੇ ਮਨਾਂ ਦੇ ਵਿੱਚ ਹੈ। ਇਹ ਤਾਂ ਜਸਟ ਇੱਕ ਉਦਾਹਰਣ ਹੈ ਜਿਹੜੀ ਖਹਿਰਾ ਸਾਹਿਬ ਨੇ ਦਿੱਤੀ ਹੈ, ਤੇ ਮੈਂ ਉਸ ਨੂੰ ਅੱਗੇ ਵਧਾਇਆ ਕਿ ਜਿੰਨੀਆਂ ਵੀ ਸੰਗਤਾਂ ਬਾਹਰੋਂ ਆਉਂਦੀਆਂ ਨੇ, ਖਾਸ ਤੌਰ ਤੇ ਜਿਹੜੇ ਦੂਰ ਦਰਾਡੇ ਤੋਂ ਆਉਂਦੀਆਂ ਨੇ, ਉਹਨਾਂ ਲਈ ਇਹ ਬਹੁਤ ਵੱਡੀ ਦਿੱਕਤ ਪੈਦਾ ਹੋ ਜਾਂਦੀ ਹੈ ਜਦੋਂ ਟ੍ਰੇਨਸ ਨੂੰ ਤੁਸੀਂ ਬੰਦ ਕਰ ਦਿੰਦੇ ਹੋ। ਦੂਸਰਾ ਜਿਹੜਾ ਹੈਗਾ, ਇੱਕ ਪਾਸੇ ਅਸੀਂ ਗੱਲ ਕਰ ਰਹੇ ਹਾਂ ਵੀ ਸਾਡੀਆਂ ਫਸਲਾਂ ਦੀਆਂ ਕੀਮਤਾਂ MSP 50% ਦੇ ਹਿਸਾਬ ਨਾਲ, ਉਹ ਜਿਹੜੀ ਹੈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ, ਉਹ ਸਾਨੂੰ ਫਿਕਸ ਨਹੀਂ ਹੋ ਰਹੀਆਂ। ਬਾੜ ਦੇ ਸਾਨੂੰ ਜਿਹੜਾ ਨੁਕਸਾਨ ਹੋਇਆ ਉਹਦਾ ਨਾਲ ਸਾਨੂੰ ਮੁਆਵਜ਼ਾ ਨਹੀਂ ਮਿਲ ਰਿਹਾ। ਤੇ ਦੂਜੇ ਪਾਸੇ ਅਸੀਂ ਜਿਹੜੀ ਸਾਡੀ ਆਰਥਿਕਤਾ ਲੀਹ ਤੋਂ ਲੈ ਜਾਂਦੀ ਹੈ, ਉਹ ਕਿਉਂਕਿ ਇਹਨਾਂ ਕਿਸਾਨਾਂ ਤੋਂ ਹੀ ਅਸੀਂ ਬਹੁਤ ਸਾਰਾ ਸਮਾਨ ਖਰੀਦ ਕੇ ਉਹਨੂੰ ਪ੍ਰੋਸੈਸ ਕਰਕੇ ਦੂਜੇ ਕੰਟਰੀਆਂ ਨੂੰ ਭੇਜਦੇ ਹਾਂ, ਜਿਹਦਾ ਸਭ ਤੋਂ ਵੱਡਾ ਮੀਡੀਆ ਜਿਹੜਾ ਹੈਗਾ ਉਹ ਟ੍ਰੇਨਸ ਹੀ ਨੇ ਜਿਹੜੀਆਂ, ਚਾਹੇ ਉਹ ਖੁਸ਼ਕ ਬੰਦਰਗਾਹ ਚਾਹੇ ਸਾਡੀ ਲੁਧਿਆਣੇ ਵਾਲੀ ਹੋਵੇ, ਅੰਮ੍ਰਿਤਸਰ ਵਾਲੀ ਹੋਵੇ, ਬਠਿੰਡੇ ਵਾਲੀ ਹੋਵੇ। ਤੁਸੀਂ ਦੇਖੋ ਇਹ ਖੁਸ਼ਕ ਬੰਦਰਗਾਹਾਂ ਤੋਂ ਜਿਹੜਾ ਸਾਡਾ ਇੰਨਾ ਕਰੋੜਾਂ ਅਰਬਾਂ ਰੁਪਏ ਦਾ ਸਮਾਨ ਜਾਂਦਾ ਹੈ, ਉਹ ਸਾਰੇ ਦਾ ਸਾਰਾ ਇਸ ਟਾਈਮ ਠੱਪ ਹੋ ਕੇ ਰਹਿ ਗਿਆ ਹੋਣਾ। ਲੱਗਦਾ ਇਹ ਹੈ ਕਿ ਅਸੀਂ ਕਾਰਪੋਰੇਟ ਘਰਾਣਿਆਂ ਦਾ ਨੁਕਸਾਨ ਕਰ ਰਹੇ ਹਾਂ, ਪਰ ਕਾਰਪੋਰੇਟ ਘਰਾਣਿਆਂ ਦਾ ਨੁਕਸਾਨ ਨਹੀਂ ਹੈ, ਇਹ ਕਿਸੇ ਨਾ ਕਿਸੇ ਰੂਪ 'ਚ ਸਾਡਾ ਹੀ ਨੁਕਸਾਨ ਹੁੰਦਾ ਹੈ, ਕਿਉਂਕਿ ਸਾਡੇ ਤੋਂ ਹੀ ਕੱਚਾ ਮਾਲ ਲੈ ਕੇ ਉਹਨਾਂ ਨੇ ਪ੍ਰੋਸੈਸ ਕਰਕੇ ਦੂਜੇ ਕੰਟਰੀਆਂ ਨੂੰ ਭੇਜਣਾ ਹੈ। ਹੁਣ ਸਪੋਜ਼ ਕਰੋ ਕਿ ਹੁਣ ਬਾਸਮਤੀ ਦਾ ਸੀਜ਼ਨ ਸਟਾਰਟ ਹੋ ਗਿਆ, ਬਾਸਮਤੀ ਸਾਡੀ ਅੱਜ 1 ਅਕਤੂਬਰ ਹੋ ਜਾਣੀ ਹੈ, ਕੱਲ ਉਹਦੇ ਅੱਜ ਹੋ ਗਈ ਹੈ, ਤੇ ਉਸ 'ਚ ਸਾਰਾ ਸਮਾਨ ਇਹ ਆਉਣਾ ਸ਼ੁਰੂ ਹੋ ਜਾਣਾ ਹੈ ਕੱਲ ਤੋਂ। ਕੀ ਇਸ 35-36 ਹਜ਼ਾਰ ਕਰੋੜ ਦੀ ਜਿਹੜੀ ਬਾਸਮਤੀ ਸਾਡੇ ਇੱਥੋਂ ਜਾਣੀ ਹੈ, ਕੀ ਕੋਈ ਇਹਦਾ ਬਾਇਆ ਮੀਡੀਆ ਹੈ ਕਿ ਅਸੀਂ ਕਿਸੇ ਹੋਰ ਢੰਗ ਨਾਲ ਇਹਨੂੰ ਭੇਜ ਸਕੀਏ? ਤਾਂ ਮੈਨੂੰ ਲੱਗਦਾ ਕਿ ਜਿਹੜੇ ਤਰੀਕੇਕਾਰ ਨੇ ਅੰਦੋਲਨ ਦੇ, ਆਪਣੀਆਂ ਮੰਗਾਂ ਨੂੰ ਮਨਾਉਣ ਦੇ ਜਿਹੜੇ ਤਰੀਕੇ ਨੇ, ਉਹ ਸਾਨੂੰ ਬਦਲਣੇ ਪੈਣਗੇ। ਉਹ ਚਾਹੇ ਤੁਸੀਂ, ਜਿਵੇਂ ਮੈਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਹੀ ਕਹਿ ਚੁੱਕਿਆ, ਚਾਹੇ ਤੁਸੀਂ 50% ਆਪਣੀ ਪ੍ਰੋਡਕਸ਼ਨ ਘਟਾ ਦਿਓ ਤੇ ਇਹ ਇੱਕ ਤਰੀਕਾ ਵਧੀਆ ਹੋ ਸਕਦਾ। ਅੱਜ ਦੀ ਡੇਟ ਦੇ ਵਿੱਚ, ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਵੀ ਅੱਜ ਦੀ ਡੇਟ 'ਚ ਪੂਰੇ ਕੰਟਰੀ ਜਿਹੜਾ ਹੈਗਾ ਉਹ ਬਹੁਤ ਭੁੱਖ ਨੰਗ ਨਾਲ ਘੁਲਣ ਦੀ ਉਸ ਤੇ ਆਈ ਹੋਈ ਹੈ ਸਥਿਤੀ, ਕਿਉਂਕਿ ਜਿੱਥੇ ਵੀ ਯੁੱਧ ਹੋ ਰਹੇ ਨੇ ਉਹਦਾ ਇੰਪੈਕਟ ਆਉਣਾ ਸ਼ੁਰੂ ਹੋ ਗਿਆ। ਬਹੁਤ ਡਿਮਾਂਡ ਹੈ ਸਾਡੀ, ਤੇ ਜੇ ਤੁਸੀਂ 50% ਆਪਣਾ ਰਕਬਾ ਘਟਾ ਦਿਓ ਤਾਂ ਤੁਸੀਂ ਇਹ ਦੇਖ ਲਿਓ ਕਿ ਅਗਲੇ ਸਾਲ ਤੱਕ ਮੋਦੀ ਸਾਹਿਬ ਚੰਡੀਗੜ੍ਹ ਬੈਠੇ ਹੋਣੇ ਆ ਤੇ ਕਿਸਾਨਾਂ ਨਾਲ ਗੱਲ ਕਰਦੇ ਹੋਣੇ ਆ ਕਿ ਦੱਸੋ ਤੁਹਾਡੀਆਂ ਡਿਮਾਂਡਸ ਕੀ ਨੇ, ਮੈਂ ਅੱਜ ਹੀ ਪੂਰੀ ਕਰਦਾ। ਲੇਕਿਨ ਜਦ ਤੱਕ ਅਸੀਂ ਇਦਾਂ ਦਾ ਨਹੀਂ ਕਰਾਂਗੇ, ਆਹ ਜਿਹੜਾ ਤਰੀਕਾਕਾਰ ਹੈ, ਜਿਹੜੇ ਹੁਣ ਰੇਲਾਂ ਰੋਕੇ, ਇਹਦੇ ਨਾਲ ਤਾਂ ਅਸੀਂ ਕਿਸਾਨਾਂ ਤੇ ਲੋਕਾਂ ਦੇ ਪ੍ਰਤੀ ਇੱਕ ਬਹੁਤ ਵੱਡਾ ਦਵੇਸ਼ ਕ੍ਰੀਏਟ ਕਰ ਲਾਂਗੇ। ਮੈਨੂੰ ਲੱਗਦਾ ਕਿ ਇਹ ਜ਼ਿਆਦਾ ਨੁਕਸਾਨਦਾਇਕ ਹੋਊਗਾ, ਬਜਾਏ ਕਿ ਅਸੀਂ ਜਿਹੜਾ ਮੈਂ ਤਰੀਕਾ ਕਹਿ ਰਿਹਾ ਕਿ ਤੁਸੀਂ ਆਪਣਾ 50% ਰਕਬਾ ਘਟਾ ਦਿਓ, ਉਹ ਜ਼ਿਆਦਾ ਤਰੀਕਾ ਕਾਰਗਰ ਸਾਬਿਤ ਹੋ ਸਕਦਾ। ਬਿਲਕੁਲ, ਔਰ ਇਹ ਬਹੁਤ ਸਮੇਂ ਦੀ ਲੋੜ ਹੈ ਕਿ ਤੁਸੀਂ ਹੁਣ ਆਪਣੇ ਅੰਦੋਲਨਾਂ ਦੇ ਢੰਗ ਤਰੀਕੇ ਵੀ ਬਦਲੋ। ਤੁਸੀਂ ਬਜਾਏ ਗਵਰਨਮੈਂਟ ਨੂੰ ਤੰਗ ਕਰਨ ਦੇ ਆਪਣੇ ਲੋਕਾਂ ਨੂੰ ਹੀ ਤੰਗ ਕਰੋਗੇ ਤਾਂ ਲੋਕ ਸਮਰਥਨ ਘਟਦਾ ਜਾਏਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।